सतनाम श्री वाहिगुरु साहिब जी। जग और न जागे महातम में अवतारू जागर आन कियो। जग और न जागे महातम में अवतार उजागर आन कियो। तिनके दुख कोटिक दूर गए, मथुरा जिन अमृत नाम पियो। एहि पद्धत ते मत चूकह रे मन, भेद विभेद न जान बियो। परतश हृदय गुरु अर्जन कह, हर पूरन ब्रह्म निवास लियो। धरण गगन नवखंड में जोत स्वरूपी रहियो पर। भन मथुरा कछ भेद नहीं, गुरु अर्जन परतक्ष हर। भन मथुरा कछ भेद नहीं, गुरु अर्जन परतक्ष हर। गुरु गरीब निवास, निमाणियां दे मान, निताणियां दे तान, नियोटियां दी ओट। सर्वे कायनात मनुखता दे रहबर, दीन दुनिया दे वाली। धन 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 श्री गुरु ग्रंथ साहिब महाराज पातशाह जी, जिन्हां दी पावन मुकद्दस हजूरी दे विच आप सरबत नगर लोहार माजरा दीयां संगतां दे वल्लों पंचम पातशाह धन श्री गुरु अर्जन देव साहिब महाराज जी दे शहीदी पुरब के संबंध अंदर ये विशेष समागम गुरु हजूरी के विच गुरुद्वारा कलगीधर साहिब विखे उलीके हैं। परसों रोज तो रखे हुए अखंड पाठ साहिब जी के भोग सलोक आप जी ने श्रवण किए। आओ कुछ घड़ियां गुरु हजूरी दे विच हाजरीन हुंदियां सतगुरु गुरु अर्जन देव साहिब महाराज जी के पावन इतिहास के नाल जुड़न की कोशिश करिए।
ਰਮਤਾ ਤੋਂ ਪਹਿਲਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦਿਆਂ ਦੋਏ ਹੱਥ ਜੋੜ ਕੇ ਸਰਬੱਤ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਸਾਹਿਬਾਂ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਤੱਖ ਹਰ ਕਹਿ ਕੇ ਸੰਬੋਧਨ ਕੀਤਾ। ਹਰ ਭਾਵ ਹਰੀ ਪ੍ਰਮਾਤਮਾ, ਤੇ ਪ੍ਰਤੱਖ ਦਾ ਮਤਲਬ ਹੈ ਜੋ ਸਾਹਮਣੇ ਹੈ, ਪ੍ਰਗਟ ਹੈ। ਤੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਸੇ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਰਥਾਏ ਭੱਟ ਸਾਹਿਬ ਜੀ ਫਰਮਾਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਪਰਮਾਤਮਾ ਸਰੂਪ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਗੁਰ ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜਨ ਪਿੱਖੋ ਨੈਣ। ਵੀ ਜੋ ਪਰਮੇਸ਼ਵਰ ਸਰੂਪ ਜੋਤ ਰੂਪ ਗੁਰੂ ਨਾਨਕ ਸਾਹਿਬ ਜੀ ਤੇ ਉਹੀ ਰੂਪ ਭੱਟ ਸਾਹਿਬ ਜੀ ਫਰਮਾਉਂਦੇ ਨੇ, ਮੈਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਦੇਖਿਆ। ਉਹਨਾਂ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੇਦ ਨਹੀਂ, ਤੇ ਪਰਮਾਤਮਾ ਤੇ ਗੁਰੂ ਦੇ ਵਿੱਚ ਸਾਧ ਸੰਗਤ ਕੋਈ ਅੰਤਰ ਨਹੀਂ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ 1563 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੁੰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ ਸ੍ਰੀ ਅਰਜਨ ਦੇਵ ਸਾਹਿਬ। ਸਭ ਤੋਂ ਵੱਡੇ ਹਨ ਬਾਬਾ ਪ੍ਰਿਥੀ ਚੰਦ। ਦੂਜੇ ਸਪੁੱਤਰ ਨੇ ਵਿਚਕਾਰਲੇ ਹਨ ਬਾਬਾ ਮਹਾਦੇਵ, ਤੇ ਸਭ ਤੋਂ ਛੋਟੇ ਹਨ ਸ੍ਰੀ ਅਰਜਨ ਦੇਵ ਸਾਹਿਬ। ਤੇ ਸਾਧ ਸੰਗਤ, ਜਿਸ ਗ੍ਰਹਿ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਤੇ ਜਿਸ ਮਾਤਾ ਦੀ ਕੁੱਖ ਵਿੱਚੋਂ ਜਨਮ ਲਿਆ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਬਚਨ ਨੇ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਧੰਨ ਹੈ ਮਾਂ ਜਿਸ ਦੀ ਕੁੱਖ ਦੇ ਵਿੱਚੋਂ ਐਸੇ ਸਤਿਗੁਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਜਨਮ ਹੋਇਆ। ਤੇ ਸਾਧ ਸੰਗਤ ਤੋਂ ਮਾਤਾ ਹਨ ਮਾਤਾ ਭਾਨੀ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਛੋਟੀ ਸਪੁੱਤਰੀ। ਹੁਣ ਦੇਖੋ, ਉਸ ਪਰਿਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਜਿੱਥੇ ਨਾਨਾ ਜੀ ਹਨ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਜੋ ਤੀਸਰੇ ਪਾਤਸ਼ਾਹ ਰੂਪ ਵਿੱਚ ਉਸ ਵਕਤ ਗੁਰਤਾ ਗੱਦੀ ਤੇ ਸੁਭਾਇਮਾਨ ਨੇ। ਪਿਤਾ ਹਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ, ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਉਹ ਸਮਾਂ ਕਦੇ ਸਿਰ ਤੇ ਸਾਧ ਸੰਗਤ ਸੀਸ ਤੇ ਘੁੰਗੜੀਆਂ ਦੀ ਛਾਬੜੀ ਚੁੱਕ ਕੇ ਤੇ ਗਲੀ ਗਲੀ ਹੋਕਾ ਲਾਇਆ ਕਰਦੇ ਸੀ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ, ਤੇ ਸਾਧ ਸੰਗਤ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਤੇ ਆਨੰਦ ਕਾਰਜ ਜਦੋਂ ਜੇਠਾ ਜੀ ਨਾਲ ਕੀਤਾ ਹੈ, ਤੇ ਜਿਹੜੇ ਜੇਠਾ ਜੀ ਅਨਾਥ ਨੇ, ਜਿਹੜੇ ਗੋਇੰਦਵਾਲ ਸਾਹਿਬ ਦੀਆਂ ਗਲੀਆਂ ਦੇ ਵਿੱਚ ਛਾਬੜੀ ਘੁੰਗੜੀਆਂ ਦੀ ਸੀਸ ਤੇ ਚੁੱਕ ਕੇ ਤੇ ਘੁੰਗੜੀਆਂ ਵੇਚਿਆ ਕਰਦੇ, ਤੇ ਉਹ ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜਵਾਈ ਬਣ ਗਏ। ਤੇ ਉਸੇ ਗ੍ਰਹਿ ਦੇ ਵਿੱਚ ਸਾਧ ਸੰਗਤ
गुरु अर्जन देव साहब महाराज पातशाह जी का प्रकाश होया। गुरु रामदास महाराज पातशाह जी के ग्रह ते माता भानी जी की कुख तो ऐसी कृपा ऐसी वडियाई जिसका जिक्र इतिहास करता है कि धन गुरु अमरदास साहब महाराज पातशाह जो नाना जी हैं उस वक्त गुरु हैं ते बचपन के विच ही धन गुरु अर्जन देव साहब महाराज पातशाह जी के कौतुकां नूं वेख के ते नाना श्री गुरु अमरदास साहब महाराज पातशाह जी ने सहज सुभाए आने वाले भविख के परथाए बहुत प्यारे वचन आखे सन। कई घटनावां का कई झाकियां का जिक्र आता है कि एक बार धन गुरु अर्जन देव साहब महाराज पातशाह जी जिन्हां की अजे बाल अवस्था है, अजे वो रिढ़ते ने अपने विहड़े दे विच, जिवें छोटा जिहा बच्चा रिढ़दा है, अजे तुरना नहीं सिੱਖਿਆ ਹੁੰਦਾ। विहड़े दे विच रिढ़ते हुए खेडते हुए ते साध संगत एक दिन माता भानी जी लीरां दी कपड़ियां दी खिद्दो बना के गेंद बना के ते अपने साहिबजादे अपने सपुत्र श्री अर्जन देव साहब को दे देंगे। हुण श्री अर्जन देव साहब जी की करते कि उस गेंद नूं हथ नाल रेड़ते ने ते उहदे पिछे रिड़ रिड़ के आप जाते। गेंद रिड़ती हुई एक दिन उस कमरे के विच उस स्थान के अंदर पहुँच गई जिथे धन गुरु अमरदास साहब महाराज बंदगी करया करते, सिमरन भगती करया करते। जो उस कमरे के विच गेंद गई तो कमरे का दरवाजा जिवें पहला समियां दे विच दरवाजे बड़े वड्डे होया करते सन ते भारी भी बड़े सन, थोड़ा जिहा दरवाजा खुलिया सी, उस विचों गेंद अंदर गई। तो देखो आने वाले समय नूं भविख नूं बयान किया गुरु अमरदास साहब ने। तो ख्याल करना साध संगत जो उस वक्त एक कौतुक होया है। गेंद जो रिड़ती गई उस कमरे के विच प्रवेश कर गई तो श्री अर्जन देव साहब रिड़ते रिड़ते उस दरवाजे के पास आए, अंदर जाने की कोशिश करते पर दरवाजा खुला नहीं सी, थोड़ा जा खुला है तो बच्चे सन, बालक सन, तो दरवाजा जोर नाल खुल भी नहीं रहा। पहला हत्थां दा जोर लाया, सज्जे हाथ दे नाल उस दरवाजे नूं खोलण की कोशिश की, फिर खब्बे हाथ नाल खोलण की कोशिश की। साध संगत जो वड्डा दरवाजा ना खुलिया कि दोवें लत्तां दे जोर दे नाल उस दरवाजे नूं खोलण की फिर कोशिश करते, दरवाजा फिर ना खुले। खराब होया कि धन गुरु अमरदास साहब महाराज पातशाह जी ने अपने नेत्र खोले, उस दरवाजे के अपने दोतरे श्री अर्जन देव साहब वाल वेख्या भी की कौतुक करते। जो दरवाजा ना खुलिया, बाहां का जोर भी लाया, लत्तां का जोर भी लाया, दरवाजा आखिरकार ना खुलिया कि की कीता है। विलखण जिहा कौतुक है श्री अर्जन देव साहब महाराज पातशाह जी का कि गोडियां भार होए, रिड़ते सन, दोवें गोडे धरती नाल लाए ते साध संगत दोवें हथ भी धरती के उपर टिका ले। ते इस वार ना बाहां का जोर लाया ते ना ही लत्तां का जोर लाया ते अपना सीस उस दरवाजे नाल ला के अपने पूरे तन के जोर नाल ते उस सीस के जोर, सिर के जोर नाल दरवाजे नूं धक्का मारिया ते दरवाजा खुल गया ते अंदर आ गए रिड़दे हुए। इन्ने नूं श्री गुरु अमरदास साहब महाराज पातशाह नाना जी ने, सतगुरु साहब जी ने दौड़ के अपने पलंग तो हेठां उतरदियां सार के अपने दोतरे नूं चुक के ते घुट के सीने नाल ला लिया। साध संगत माता भानी जी अपने सपुत्र को लभदियां होइयां जो इधर आए ने, दरवाजा खुला वेखिया, आउंदियां आख्या पिता सतगुरु साहब महाराज पातशाह भी मैनूं लगदा है भी अज तुहाडे दोतरे ने फिर तुहानूं परेशान किया है, तो दरवाजा खोल के अंदर आ गए लगते। गुरु अमरदास साहब महाराज पातशाह सहज सुभाए बड़ा प्यार भरिया उत्तर देंदे कहन लगे, भानीए ये तो गल ठीक है भी अज ये अंदर आए ने ते दरवाजा भी इन्हां ने खोलिया, पर अज बड़ी वड्डी सिक्ख्या इस दुनिया नूं, इस संसार नूं आउण वाले भविख के बारे इन्हां ने दे दित्ती है कि जदों दरवाजा किते धर्म का दरवाजा बाहां दे ते लत्तां दे जोर नाल ना खुलदा होवे
ਤੇ ਉਸ ਧਰਮ ਦੇ ਦਰਵਾਜ਼ੇ ਨੂੰ ਖੋਲ੍ਹਣ ਦੇ ਵਾਸਤੇ ਕਈ ਵਾਰ ਸੀਸ ਦਾ, ਸਿਰ ਦਾ ਜ਼ੋਰ ਲਾਉਣਾ ਪੈਂਦਾ। ਵੀ ਧਰਮ ਦੇ ਦਰਵਾਜ਼ੇ ਖੋਲ੍ਹਣ ਵਾਸਤੇ ਆਪਣਾ ਸਿਰ ਵੀ ਕੁਰਬਾਨ ਕਰਨਾ ਪੈ ਜਾਂਦਾ। ਇਹਨਾਂ ਨੇ ਅੱਜ ਇਹ ਦਿਖਾ ਦਿੱਤਾ ਤੇ ਨਾਲ ਹੀ ਸਾਧ ਸੰਗਤ ਦੇ ਬਚਨ ਵੀ ਕਹਿ ਦਿੱਤੇ, ਆਪਣੀ ਗੋਦ ਵਿੱਚ ਚੁੱਕਿਆ ਹੋਇਆ। ਤੇ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਬਚਨ ਸਨ ਦੋਹਿਤਾ। ਜਦੋਂ ਪੁੱਛਿਆ ਨਾ ਵੀ ਕੌਣ ਹੈ, ਮਾਤਾ ਭਾਨੀ ਜੀ ਕੀ ਦੇਖਦੇ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਕਮਰੇ ਵਿੱਚ ਇੱਕ ਦਿਨ ਫੇਰ ਆ ਗਏ। ਕਈ ਵਾਰ ਇਹੋ ਜਿਹੇ ਕੌਤਕ ਹੋਏ ਬਚਪਨ ਦੇ ਵਿੱਚ, ਆਉਣ ਵਾਲੇ ਭਵਿੱਖ ਨੂੰ ਸਾਧ ਸੰਗਤ ਇਹ ਕੌਤਕ ਉਜਾਗਰ ਕਰਦੇ। ਬਚਪਨ ਦੀਆਂ ਇਹ ਘਟਨਾਵਾਂ ਆਉਣ ਵਾਲੇ ਸਮੇਂ ਦੇ ਬਾਰੇ ਦੱਸਦੀਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸੇ ਤਰ੍ਹਾਂ ਵਿੜਦੇ ਹੋਏ ਫੇਰ ਇੱਕ ਦਿਨ ਅੰਦਰ ਆਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇਤਰ ਬੰਦ ਕਰਕੇ ਤੇ ਭਗਤੀ ਵਿੱਚ, ਬੰਦਗੀ ਵਿੱਚ ਜੁੜੇ ਹੋਏ ਨੇ। ਤੇ ਸਾਧ ਸੰਗਤ ਜਿਸ ਪਲੰਘ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਸੁਭਾਏਮਾਨ ਨੇ, ਉਸ ਪਲੰਘ ਦੇ ਪਾਵੇ ਨੂੰ ਖੜ ਕੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜ਼ੋਰ ਜ਼ੋਰ ਦੇ ਨਾਲ ਉਹ ਪਲੰਘ ਹਿਲਾਉਣਾ ਸ਼ੁਰੂ ਕਰ ਦਿੱਤਾ। ਇੰਨਾ ਜ਼ੋਰ ਹੈ ਕਿ ਸਾਧ ਸੰਗਤ ਉਹ ਪਲੰਘ ਹਿੱਲਣ ਲੱਗ ਗਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰ ਖੁੱਲੇ ਤੇ ਉਹਨਾਂ ਨੇ ਆਪਣੇ ਦੋਹਤਰੇ ਨੂੰ ਵੇਖਿਆ ਤੇ ਪੁੱਛਿਆ ਜੀ ਕੌਣ? ਤੇ ਇਹਨੇ ਨੂੰ ਮਾਤਾ ਭਾਨੀ ਜੀ ਆ ਗਏ ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਡੇ ਦੋਹਤਰੇ ਨੇ। ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਤਿਹਾਸ ਦੇ ਉਹਨਾਂ ਬਚਨਾਂ ਦਾ ਸਵਾਲ ਸੀ, ਇਹ ਕੌਣ ਪੁਰਖ ਹੈ ਭਾਰੀ? ਇਹ ਭਾਰੀ ਪੁਰਖ ਕੌਣ ਹੈ ਜਿਸ ਨੇ ਇੰਨਾ ਜ਼ੋਰ, ਇੰਨੀ ਤਾਕਤ ਦੇ ਨਾਲ ਮੇਰੇ ਪਲੰਘ ਨੂੰ ਅੱਗੇ ਹਿਲਾਇਆ? ਇਹ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਮੇਰੀ ਸਾਰੀ? ਜਿਸ ਨੇ ਆ ਕੇ ਮੇਰੀ ਮੰਜੀ ਹਿਲਾ ਦਿੱਤੀ ਹੈ। ਤੇ ਮਾਤਾ ਭਾਨੀ ਜੀ ਕਹਿਣ ਲੱਗੇ ਸਤਿਗੁਰੂ ਸਾਹਿਬ ਮਹਾਰਾਜ ਇਹ ਕੋਈ ਹੋਰ ਨਹੀਂ, ਤੁਹਾਡੇ ਦੋਹਤਰੇ ਹਨ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਚੁੱਕ ਕੇ ਤੇ ਗਲ ਨਾਲ ਲਾ ਕੇ ਬਚਨ ਕਹਿ ਦਿੱਤੇ, ਦੋਹਿਤਾ ਬਾਣੀ ਦਾ ਗੋਇਠਾ। ਕਿ ਭਾਨੀ ਜੀ ਇਹ ਦੋਹਤਰਾ ਬਾਣੀ ਦਾ ਗੋਇਠਾ ਹੋਵੇਗਾ, ਬਾਣੀ ਦਾ ਜਹਾਜ਼ ਹੋਵੇਗਾ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਇਹ ਬਚਨ ਨੇ, ਆਉਣ ਵਾਲੇ ਭਵਿੱਖਤ ਕਾਲ ਦੇ ਬਚਨ ਨੇ। ਤੇ ਸੱਚਮੁੱਚ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਧ ਸੰਗਤ ਬਾਣੀ ਕੇ ਜਹਾਜ਼, ਬਾਣੀ ਕੇ ਬੋਝ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੁੱਲ 31 ਰਾਗਾਂ ਦੇ ਸਾਧ ਸੰਗਤ 5500 ਕੁਛ ਸ਼ਬਦ ਜਦੋਂ ਆਪ ਦਰਸ਼ਨ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠ ਕੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 5500 ਦੇ ਲਗਭਗ ਸ਼ਬਦਾਂ ਦੇ ਵਿੱਚੋਂ 2312 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ। ਲਗਭਗ ਗੁਰੂ ਗ੍ਰੰਥ ਸਾਹਿਬ ਦੀ ਅੱਧੀ ਬਾਣੀ 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਇਸੇ ਕਰਕੇ ਬਾਣੀ ਕੇ ਬੋਝ ਕਿਹਾ ਸੀ ਗੁਰੂ ਅਰਜਨ ਦੇਵ ਸਾਹਿਬ। ਤੇ ਸਾਧ ਸੰਗਤ ਸਮਾਂ ਬਤੀਤ ਹੋਇਆ, ਕਿਉਂਕਿ ਜੀਵਨ ਇਤਿਹਾਸ ਵਿੱਚੋਂ ਜੋ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਖੂਬੀ ਨਜ਼ਰ ਵੀ ਆਉਂਦਾ ਹੈ। ਜਿੱਥੇ ਧਰਮ ਦੇ ਦਰਵਾਜ਼ੇ ਖੋਲ੍ਹਣ ਦੀ ਗੱਲ ਆਖੀ ਵੀ ਸੀਸ ਦੇ ਜ਼ੋਰ ਨਾਲ ਖੁੱਲ੍ਹਦੇ, ਤੇ ਉੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਅੰਦਰ ਤੇ ਤਨ ਦੇ ਅੰਦਰ ਵੀ ਇਹ ਬਲ, ਇਹ ਜ਼ੋਰ ਸੀ। ਆਪਾਂ ਕਈ ਵਾਰ ਇਤਿਹਾਸ ਪੜ੍ਹਦੇ ਹਾਂ ਵੀ ਸ਼ਾਇਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਗੁਰੂ ਘਰ ਦੇ ਅੰਦਰ ਕੋਈ ਯੁੱਧ ਅਭਿਆਸ, ਕੋਈ ਸ਼ਸਤਰ ਵਿਦਿਆ ਦਾ ਕੋਈ ਕੌਤਕ ਨਹੀਂ ਹੋਇਆ ਕਰਦਾ ਸੀ। ਵੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਰੱਖਣ ਦਾ ਐਲਾਨ ਕੀਤਾ, ਸਿੱਖਾਂ ਨੂੰ ਸ਼ਸਤਰ ਲਿਆਉਣ ਦੇ ਵਾਸਤੇ ਹੁਕਮਨਾਮੇ ਜਾਰੀ ਕੀਤੇ, ਘੋੜ ਸਵਾਰੀਆਂ ਕਰਨ ਦੇ ਹੁਕਮ ਜਾਰੀ ਕੀਤੇ, ਸ਼ਸਤਰ ਯੁੱਧ ਅਭਿਆਸ ਕਰਨ ਦੇ ਹੁਕਮ ਜਾਰੀ ਕੀਤੇ। ਪਰ ਸਾਧ ਸੰਗਤ ਇੱਕ ਹੋਰ ਕੌਤਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵੇਲੇ ਵੀ ਗੁਰੂ ਘਰ ਦੇ ਅੰਦਰ ਯੁੱਧ ਅਭਿਆਸ ਕੀਤਾ ਜਾਂਦਾ ਸੀ। ਥੋੜਾ ਜਿਹਾ ਪਿਛੋਕੜ ਦੇ ਵਿੱਚ ਵੇਖੀਏ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਵੀ ਜਿੱਥੇ ਗੁਰਮੁਖੀ ਪੜ੍ਹਾਉਂਦੇ ਸਨ ਨਾ ਬੱਚਿਆਂ ਨੂੰ, ਊੜਾ ਐੜਾ ਲਿਖਣਾ ਸਿਖਾਉਂਦੇ, 35 ਲਿਖਣੀ ਸਿਖਾਉਂਦੇ। ਕਿਉਂਕਿ ਅੱਜ ਜਦੋਂ ਅਸੀਂ ਬੱਚਿਆਂ ਨੂੰ ਕਈ ਵਾਰ ਕਲਾਸਾਂ ਲਾਉਣ ਜਾਈਦਾ ਕੈਂਪਾਂ ਦੇ ਵਿੱਚ, ਸਾਧ ਸੰਗਤ ਮਾਫ ਕਰਿਓ,
साडी इस पंजाब की धरती का अज बड़ा वड्डा दुखांत है कि बच्चों को जो असीं जाके कहीए भी ऊड़ा आड़ा लिख के विखाओ तो हसन लग जाते कहते जी असीं तां 5वीं जमात में 6वीं या 10वीं जमात में पढ़ते तो साडे कोलों भाई साहब तुसीं ऊड़ा आड़ा लिख के विखाउण की गल करते हो या सुनाउण की गल कहते। मेरा मतलब उत्थे वो ऐसा संगत बच्चों भी बेनती करी दी है कि बच्चों साडी माँ बोली जिथों सतगुरु गुरु ग्रंथ साहिब महाराज पातशाह जी की लिपि जिहड़ी है गुरमुखी लिपि उहदी रमता हुंदी है ते असीं अपनी मातर भाषा नूं किते भुल ना जाइए। ते जरूरी है सानू गुरमुखी अखरां दा ज्ञान होवे, पैंती का ज्ञान होवे, पर साध संगत दुखांत ये है कि जेकर क्लास दे विच 30-40 बच्चे बैठे ने तो सिर्फ 5-6 बच्चों ही ऊड़ा ऐड़ा याद होगा, बहुते भुल चुके हैं। ये दुखांत है साडा। इस करके तो पंजाबी बोली का होका देना पै रहा भी भाई अपनी पंजाबी बोली के नाल जुड़ो, अपनी माँ बोली के नाल जुड़ो। धन गुरु अंगद देव साहिब महाराज जिथे ऊड़ा ऐड़ा पढ़ाउंदे बच्चों को 35 गुरमुखी पढ़ाउंदे ने, उत्थे साध संगत गुरु अंगद देव साहिब महाराज जी के समय गुरु घरां दे विच मल अखाड़े जिहड़े सन वो रचे जाते सन। मल अखाड़ियां का भाव है जिथे पहलवान जोर करिया करते ते साध संगत गुरु घर का ये रिवाज सी, ये मर्यादा सी, सिद्धांत बनिया गया। तो गुरु अर्जन देव साहिब महाराज पातशाह जी के समय इस कोतक को सिद्ध किया 5वें पातशाह गुरु अर्जन देव महाराज ने। सतगुरु महाराज जी 11 साल की उम्र के विच साध संगत मऊ पिंड के विच भाई कृष्ण चंद जी की बेटी माता गंगा जी को विआहण वास्ते आउंदे। मऊ नगरी जिथे अज गुरुद्वारा साहिब सुशोभित है, तो नगर का एक रिवाज होया करता सी कि नगर निवासियों ने इस तरह करया करना भी जिहड़ा जांजी आया है, जिहड़ा लाड़ा आया विआहण वास्ते वो घोड़ी तो तां उतरन दिता जाएगा कि जेकर कोई कोतक कोई करतब विखाउंदा है। तो करतब किहो जिहा सी कि हाथ में नेजा पकड़ के ते साध संगत किला गड्ढिया होना धरती ते तेज घोड़ा दौड़ा के ते नेजे नाल वो किला पुटना सी। जिवें निहंग सिंह फौजां इस तरह के कौतक साध संगत मुहल्ले वेड़े विखाउंदियां। गुरु के खालसे ने साध संगत के कौतक अज तक के करतब सामभ के रखे हुए हैं। गुरु अर्जन देव साहिब महाराज पातशाह जी जदों बरात लैके पहुंचे ने ते सोहरा साहब कृष्ण चंद जी ने जाके बेनती की कि साडी बेनती है कि तुहानूं एक कौतक एक करतब विखाउणा पड़ेगा, फिर तुहाडी बरात का उतारा इस नगरी दे विच होवेगा कि एक कौतक की है भी तुसीं नेजे दे नाल एक किला पुटना तेज घोड़ा दौड़ा के। ते साध संगत इत्थे एक खेड खेडी गई पिंड दे वालियां वल्लों, क्योंकि कईयां दा इतिहासकारां दा लिखना यह है कि कई लोग गुरु अर्जन देव साहिब महाराज पातशाह जी की बरात मोड़नी चाहते। कारण ये सी कि भाई कृष्ण चंद का जिहड़ा परिवार सी वो बड़ा गरीब सी ते कई शरीके वाले लोग इस गल नूं बर्दाश्त नहीं सन करते कि भाई कृष्ण चंद की बेटी माता गंगा का विआह एडे उच्चे घर दे विच इन्ने चंगे खानदान दे विचों हो रहा। इस नाल चंगा भी उन्हां दी आई हुई बरात नूं वापस मोड़ दी। कि साध संगत उत्थे एक खेड की खेडी गई कि धन गुरु अर्जन देव साहिब महाराज पातशाह जी हत्थ दे विच नेजा पकड़ा दिता। उन्होंने जिहड़ा किला पुटण वास्ते कहा गया तो साध संगत वो किला आम धरती विच गड्ढिया होया नहीं सी, वो एक जंड का दरखत सी। पिंड दियां ने की कीता, जंड के दरखत नूं वढ के उस नूं उपरों छांग के ते किला बना दिता, किली बना दी। हेठां उस जंड के दरखत दीयां जड़ां धरती दे विच उवें दीयां उवें ही, उपर मिट्टी पा दी गई है, सिर्फ वो किला दिख रहा है। गुरु अर्जन देव साहिब महाराज पातशाह जी के प्रति ये सोच सी भी इन्हां कोलों एक किला नेजे दे नाल पुटिया नहीं जाना कि इन्हां दी बरात असीं वापस मोड़ देंगे। पर गुरु अर्जन देव साहिब महाराज जिहड़े साध संगत बचपन तो ही घोड़ सवारी
ਤੇ ਇਹ ਨੇਜਾ ਜਾਂ ਬਰਸ਼ਾ ਚਲਾਉਣਾ ਇਹ ਯੁੱਧ ਅਭਿਆਸ ਉਹਨਾਂ ਨੇ ਬਚਪਨ ਤੋਂ ਹੀ ਸਿੱਖਿਆ ਹੋਇਆ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਹ ਨਹੀਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਚੁੱਪਚਾਪ ਸ਼ਹੀਦੀ ਦਾ ਜਾਮ ਪੀ ਗਏ। ਇਹ ਵੀ ਸਾਧ ਸੰਗਤ ਇੱਕ ਵੱਖਰਾ ਪੱਖ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ ਤੇ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਣੀ ਦੇ ਅੰਦਰ। ਇੱਕ ਸੂਰਮਾ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਨਾਲ ਜੂਝਦਾ, ਹੱਥ ਵਿੱਚ ਸ਼ਸਤਰ ਪੜੇ ਹੁੰਦੇ ਹੈ ਤੇ ਸਾਧ ਸੰਗਤ ਤੇ ਪੁਰਜਾ ਪੁਰਜਾ ਕੱਟ ਮਰਦਾ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਜਿਹੜਾ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਦਾ ਉਹ ਵੀ ਸੂਰਮਾ ਹੈ। ਤੇ ਸਾਧ ਸੰਗਤ ਜਿਹੜਾ ਧਰਮ ਤੇ ਮਰਿਆਦਾ ਤੇ ਸਿਧਾਂਤਾਂ ਤੇ ਅਡੋਲ ਚਿੱਤ ਰਹਿ ਕੇ ਖੜ ਕੇ ਸ਼ਹੀਦੀ ਪ੍ਰਾਪਤ ਕਰਦਾ ਹੈ, ਸਾਹਮਣੇ ਵਾਲਾ ਜ਼ਬਰ ਦੀ ਜ਼ੁਲਮ ਦੀ ਇਮਤਿਹਾਨ ਕਰਦਾ ਹੈ, ਉਸ ਵੱਲੋਂ ਵੱਧ ਤੋਂ ਵੱਧ ਤਸੀਹੇ ਦਿੱਤੇ ਜਾਂਦੇ ਹੈ, ਡਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਤੂੰ ਆਪਣਾ ਅਕੀਦਾ ਛੱਡ ਦੇ, ਆਪਣਾ ਧਰਮ, ਆਪਣੇ ਸਿਧਾਂਤ, ਆਪਣੇ ਅਸੂਲ ਛੱਡ, ਤੇ ਨਹੀਂ ਤਾਂ ਤੈਨੂੰ ਇਸ ਪ੍ਰਕਾਰ ਮਾਰਿਆ ਜਾਵੇਗਾ, ਖਤਮ ਕੀਤਾ ਜਾਵੇਗਾ। ਪਰ ਉਹ ਵੀ ਸੂਰਮੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਉਹ ਹਿਰਦਾ, ਤੇ ਸਾਹਿਬ ਆਖਦੇ ਨੇ ਕਿ ਉਹ ਵੀ ਸੂਰਮਾ। ਤੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਐਸੇ ਸੂਰਮੇ ਨੇ ਜਿਹੜੇ ਅਕੀਦੇ ਤੇ ਮਰਿਆਦਾ ਤੇ ਸਿਧਾਂਤਾਂ ਤੇ ਅਡੋਲ ਖੜੇ ਰਹੇ। ਤੇ ਇਸ ਸੂਰਮੇ ਦਾ ਜ਼ਿਕਰ ਗੁਰੂ ਕੀ ਬਾਣੀ ਵਿੱਚ ਕੀਤਾ। ਤੇ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਸਤ ਕਮਲਾਂ ਵਿੱਚ ਨੇਜਾ ਫੜਾਇਆ ਗਿਆ ਤੇ ਗੁਰੂ ਪਾਤਸ਼ਾਹ ਜੀ ਘੋੜਾ ਦੌੜਾਉਂਦੇ, ਤੇਜ਼ ਤਰਾਰ ਉਸ ਘੋੜੇ ਨੂੰ ਦੌੜਾ ਕੇ ਤੇ ਸਾਧ ਸੰਗਤ ਇੱਕੋ ਹੀ ਹੱਲੇ ਦੇ ਵਿੱਚ ਉਸ ਨੇਜੇ ਦੇ ਨਾਲ ਉਹ ਕਿੱਲੇ ਨੂੰ ਪੁੱਟ ਕੇ, ਭਾਵ ਉਸ ਜੰਡ ਨੂੰ ਜੜ੍ਹਾਂ ਸਮੇਤ ਪੁੱਟ ਕੇ ਤੇ ਬਰਛੇ ਤੇ ਟੰਗ ਲੈਂਦੇ। ਲੋਕ ਹੈਰਾਨ ਹੋ ਗਏ, ਮੂੰਹ ਵਿੱਚ ਉਂਗਲਾਂ ਦਬੀਆਂ ਰਹਿ ਜਾਂਦੀਆਂ ਲੋਕਾਂ ਦੇ ਵੀ, ਜਿਹੜੇ ਸੋਚਦੇ ਸਨ ਕਿ ਅੱਜ ਇਸ ਬਰਾਤ ਦਾ, ਇਸ ਜੰਜ ਦਾ ਅਸੀਂ ਮਜ਼ਾਕ ਉਡਾਵਾਂਗੇ ਵੀ ਇਹਨਾਂ ਕੋਲੋਂ ਸਾਡੇ ਪਿੰਡ ਦੀ ਰੀਤ ਨਹੀਂ ਨਿਭਾਈ ਗਈ ਤੇ ਜੰਜ ਵਾਪਸ ਮੋੜ ਦਿਆਂਗੇ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਹਾਦਰੀ, ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਯੁੱਧ ਅਭਿਆਸ, ਸ਼ਸਤਰ ਵਿਦਿਆ ਦਾ ਜਿਹੜਾ ਅਭਿਆਸ ਸੀ, ਅੱਜ ਸਤਿਗੁਰੂ ਜੀ ਨੇ ਉਸ ਨੂੰ ਪ੍ਰਤੱਖ ਕਰਕੇ ਵਿਖਾਇਆ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਯੁੱਧ ਵਿਦਿਆ ਦੇ ਵਿੱਚ ਵੀ ਨਿਪੁੰਨ ਹਨ। ਸਾਧ ਸੰਗਤ ਸਮਾਂ ਬਤੀਤ ਹੁੰਦਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਦਾਤ ਆਪਣੇ ਵੱਡੇ ਸਪੁੱਤਰ ਬਾਬਾ ਪ੍ਰਿਥਵੀ ਚੰਦ ਦੀ ਥਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੰਦੇ ਹੋ। ਇਸ ਗੱਲ ਦਾ ਪ੍ਰਿਥਵੀ ਚੰਦ ਬੜਾ ਵਿਰੋਧ ਕਰਦਾ, ਵੱਡਾ ਸਪੁੱਤਰ ਹੋਣ ਦੇ ਨਾਤੇ ਬੜਾ ਦਾਅਵਾ ਕਰਦਾ ਵੀ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਚਾਹੀਦੀ। ਸਾਧ ਸੰਗਤ ਖਿਆਲ ਕਰਿਓ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਇੱਕ ਬੜੇ ਪਿਆਰੇ ਸ਼ਬਦ ਨੂੰ ਅਸੀਂ ਬੜੀ ਵਾਰ ਪੜ੍ਹਦੇ ਹਾਂ, ਗਾਇਨ ਕਰਦੇ ਹਾਂ। ਹਰ ਕਾ ਨਾਮ ਵਿਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਦੋਂ ਤੇਰਾ ਕੀਆ ਮਿੱਠਾ ਲਾਗੈ ਦੇ ਸ਼ਬਦ ਨੂੰ ਪੜ੍ਹੀਏ ਤੇ ਇਸ ਸ਼ਬਦ ਦਾ ਜਦੋਂ ਅਧਿਆਤਮਵਾਦ ਵੇਖੀਏ, ਵਿਚਾਰਧਾਰਾ ਨੂੰ ਜਾਣੀਏ, ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਹਰ ਇੱਕ ਦੁੱਖ ਤੇ ਸੁੱਖ ਨੂੰ ਪਰਮਾਤਮਾ ਦੇ ਕੀਤੇ ਹੋਏ ਨੂੰ ਸਾਧ ਸੰਗਤ ਹੱਸ ਕੇ ਪ੍ਰਵਾਨ ਕਰ ਰਹੀ। ਇਕੱਲਿਆਂ ਉਸ ਵਕਤ ਨਹੀਂ ਜਦੋਂ ਤੱਤੀ ਤਵੀ ਤੇ ਬਿਠਾਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਅੰਦਰ ਬੜੀ ਵਾਰ ਐਸਾ ਸਮਾਂ ਆਇਆ ਸਾਧ ਸੰਗਤ, ਜੇਕਰ ਅੱਜ ਤੱਤੀ ਤਵੀ ਭਾਵ ਲੋਹ ਗਰਮ ਕੀਤੀ ਗਈ, ਬਿਲਕੁਲ ਲਾਲ ਸੁਰਖ ਕੀਤੀ ਗਈ ਗਰਮ ਰੇਤ ਸੀਸ ਵਿੱਚ ਪਾਉਣ ਦਾ ਯਤਨ ਕਰਦੇ, ਉਬਲਦੀ ਦੇਗ ਵਿੱਚ ਸਾਧ ਸੰਗਤ ਪਾਣੀ ਦੇ ਵਿੱਚ ਉਬਾਲਣ ਦੀ ਕੋਸ਼ਿਸ਼ ਕਰਦੇ, ਚੰਦੂ ਵੀ ਤੱਤਾ ਹੈ, ਜਹਾਂਗੀਰ ਵੀ ਤੱਤਾ ਹੈ ਜਿਹੜਾ ਹੁਕਮ ਸੁਣਾਉਣ ਵਾਲਾ ਹੈ, ਜਲਾਦ ਗੁਰਦਿੱਤਾ ਭੜਕੂੰਜਾ ਵੀ ਤੱਤਾ ਹੈ ਜਿਹੜਾ ਕਲਸੇ ਭਰ ਭਰ ਕੇ ਗਰਮ ਰੇਤ ਦੇ ਸੀਸ ਵਿੱਚ ਪਾਉਂਦਾ ਪਿਆ, ਮੁਰਤਜ਼ਾ ਖਾਂ ਜਿਹੜਾ ਉਸ ਵਕਤ ਸਾਰੇ ਹੁਕਮ ਲਾਗੂ ਕਰਦਾ ਪਿਆ ਉਹ ਵੀ ਤੱਤਾ ਹੈ। ਤੇ ਜੇ ਸਾਧ ਸੰਗਤ ਇਹਨਾਂ ਸਾਰੇ ਤੱਤਿਆਂ ਦੇ ਵਿੱਚੋਂ ਇੱਕ ਸ਼ਾਂਤ ਤੇ ਸ਼ੀਤਲ ਸੁਭਾਅ ਵਿੱਚ ਸਨ, ਤੇ ਉਹ ਸਿਰਫ ਤੇ ਸਿਰਫ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ
ਜਿਹੜੇ ਦੇਗਾਂ ਵਿੱਚ ਉਬਾਲੇ ਖਾ ਕੇ ਵੀ, ਗਰਮ ਰੇਤ ਦੇ ਸੀਸ ਵਿੱਚ ਕੜਛੇ ਪਵਾ ਕੇ ਵੀ, ਤੇ ਤੱਤੀ ਲੋਹ ਤੇ ਬੈਠ ਕੇ ਵੀ ਸਾਧ ਸੰਗਤ ਦੇ ਬਚਨ ਪੜ੍ਹ ਰਹੇ ਸਨ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਇਹ ਇਕੱਲਾ ਉਦੋਂ ਹੀ ਨਹੀਂ, ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਇਤਿਹਾਸ ਨੂੰ ਪੜ੍ਹ ਰਹੇ ਹਾਂ, ਜਦੋਂ ਗੁਰਤਾ ਗੱਦੀ ਦੀ ਦਸਤਾਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਸਜਾਈ ਤੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਵਿਰੋਧੀ ਹੋ ਗਏ। ਉਹ ਚਾਹੁੰਦੇ ਸਨ ਵੀ ਗੁਰਿਆਈ ਸਾਨੂੰ ਮਿਲ ਜਾਏ, ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਕੋਈ ਵਿਰੋਧ ਨਹੀਂ ਕੀਤਾ। ਬਾਬਾ ਬੁੱਢਾ ਜੀ ਨੇ ਸੀਸ ਤੇ ਦਸਤਾਰ ਸਜਾਈ, ਗੁਰਿਆਈ ਦੀ ਦਸਤਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਜਾ ਦਿੱਤੀ ਤੇ ਸਾਧ ਸੰਗਤ ਘਰ ਵਿੱਚੋਂ ਵੱਡੇ ਹੋਣ ਦੇ ਨਾਤੇ ਤੇ ਬਾਬਾ ਪ੍ਰਿਥੀ ਚੰਦ ਦੇ ਸੀਸ ਤੇ ਸਾਧ ਸੰਗਤ ਪਿਤਾ ਦੇ ਤੌਰ ਤੇ, ਸਾਧ ਸੰਗਤ ਘਰ ਵਿੱਚੋਂ ਵੱਡੇ ਮੈਂਬਰ ਹੋਣ ਦੇ ਤੌਰ ਤੇ ਦਸਤਾਰਬੰਦੀ ਉਹਨਾਂ ਦੇ ਸੀਸ ਤੇ ਕਰ ਦਿੱਤੀ ਹੈ। ਬਾਬਾ ਪ੍ਰਿਥੀ ਚੰਦ ਨੂੰ ਫਿਰ ਵੀ ਤਸੱਲੀ ਨਹੀਂ ਹੋਈ। ਉਹ ਚਾਹੁੰਦੇ ਸਨ ਵੀ ਜੋ ਗੁਰੂ ਘਰ ਦੀ ਆਮਦਨ ਹੈ, ਜੋ ਸਤਿਗੁਰੂ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਪ੍ਰਤਿਸ਼ਠਾ ਹੈ, ਭਾਵ ਗੁਰਿਆਈ ਦੀ ਦਾਤ ਗੁਰੂ ਰਾਮਦਾਸ ਮਹਾਰਾਜ ਮੈਨੂੰ ਬਖਸ਼ਿਸ਼ ਕਰਕੇ ਜਾਂਦੇ। ਪਰ ਸਾਧ ਸੰਗਤ ਗੁਰਤਾ ਗੱਦੀ ਕੋਈ ਜੱਦੀ ਪੁਸ਼ਤੀ ਨਹੀਂ ਹੈ। ਇਹ ਗੁਰਿਆਈ ਦੀ ਦਾਤ, ਇਹ ਸੇਵਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਆਪਾਂ ਵੇਖ ਲਈਏ ਕਿਤੇ ਗੁਰੂ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦੀ ਥਾਂ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਬਖਸ਼ੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਿਆਈ ਦੀ ਦਾਤ ਸਾਧ ਸੰਗਤ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਦੀ ਥਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ੀ, ਜਿਨ੍ਹਾਂ ਨੇ 12 ਸਾਲ ਸੇਵਾ ਕੀਤੀ, ਗਾਗਰ ਹੋਈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੇ ਦੋਵੇਂ ਸਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਦੀ ਥਾਂ ਇਹ ਗੁਰਿਆਈ ਦੀ ਦਾਤ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਨਾਮ ਜੇਠਾ ਜੀ ਸੀ, ਉਹਨਾਂ ਨੂੰ ਇਹ ਦਾਤ ਬਖਸ਼ਿਸ਼ ਕਰ ਦਿੱਤੀ। ਤੇ ਅੱਜ ਗੁਰਿਆਈ ਜੇਕਰ ਇਹ ਮਾਣ ਮਿਲਿਆ ਤੇ ਗੁਰੂ ਦੀ ਬਾਣੀ ਦੇ ਬਚਨ ਹਨ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਇਹ ਤਾਂ ਸੇਵਾ ਵਾਲਿਆਂ ਨੂੰ ਮਾਣ ਹੈ ਸਾਧ ਸੰਗਤ। ਇਹ ਕੋਈ ਪਿਤਾ ਪੁਰਖ ਦੀ ਜਾਇਦਾਦ ਨਹੀਂ ਹੈ ਵੀ ਜਿਹੜੀ ਪੁੱਤ ਨੂੰ ਹੀ ਮਿਲਣੀ ਹੈ। ਇਹ ਤਾਂ ਸੇਵਾ ਵਾਲਿਆਂ ਨੂੰ ਸਾਧ ਸੰਗਤ ਸਤਿਕਾਰ ਮਿਲ ਜਾਏਗਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਇੱਥੇ ਤਾਂ ਸੇਵਾ ਵਾਲਿਆਂ ਨੂੰ ਮਾਣ ਹੈ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਪੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ। ਇਹ ਤਾਂ ਸ੍ਰਿਸ਼ਟੀ ਦੇ ਰਾਜੇ ਬਣਾ ਦਿੰਦਾ ਮੇਰਾ ਸਤਿਗੁਰੂ, ਪਰ ਸਾਧ ਸੰਗਤ ਮਨ ਤੇ ਤਨ ਗੁਰੂ ਨੂੰ ਸੌਂਪਣਾ ਪਵੇਗਾ। ਪ੍ਰਿਥੀ ਚੰਦ ਵਾਂਗ ਨਹੀਂ ਕਿ ਜਿਵੇਂ ਪ੍ਰਿਥੀ ਚੰਦ ਇੱਕ ਦਿਨ ਮਾਇਆ ਦਾ ਢੇਰ ਲੱਗਾ ਹੋਇਆ ਤੇ ਮਾਇਆ ਗਿਣ ਰਿਹਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਪੁੱਛਦੇ ਪ੍ਰਿਥੀ ਚੰਦ ਕੀ ਕਰ ਰਹੇ ਆ? ਪ੍ਰਿਥੀ ਚੰਦ ਦਾ ਜਵਾਬ ਸੀ, ਸਤਿਗੁਰੂ ਮਹਾਰਾਜ ਗੁਰੂ ਘਰ ਦੀ ਮਾਇਆ ਸੰਗਤਾਂ ਵੱਲੋਂ ਭੇਟਾ ਚੜਾਈ ਗਈ ਤੇ ਮੈਂ ਹੀ ਆ ਜਿਹੜਾ ਸਾਂਭ ਕੇ ਰੱਖਦਾ। ਇਹ ਜ਼ਿੰਮੇਵਾਰੀ ਮੈਂ ਬੜੇ ਸੋਹਣੇ ਢੰਗ ਨਾਲ ਨਿਭਾ ਰਿਹਾ। ਤੇ ਬਾਬਾ ਪ੍ਰਿਥੀ ਚੰਦ ਨੂੰ ਮੇਰੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਹਿਜ ਸੁਭਾਏ ਬਚਨ ਕਹੇ, ਪ੍ਰਿਥੀ ਚੰਦ ਆ ਦੇਖ ਜਿਹੜੇ ਸਿੱਕੇ ਤੂੰ ਗਿਣਦਾ ਪਿਆ, ਕਿਉਂਕਿ ਉਸ ਵਕਤ ਦੀ ਕਰੰਸੀ ਟਕੇ ਆਦਿਕ ਸਨ, ਉਹਨਾਂ ਨੂੰ ਸਾਧ ਸੰਗਤ ਗਿਣਦਿਆਂ ਗਿਣਦਿਆਂ ਬਾਬਾ ਪ੍ਰਿਥੀ ਚੰਦ ਦੇ ਹੱਥ ਕਾਲੇ ਹੋ ਗਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਪ੍ਰਿਥੀ ਚੰਦ ਆਪਣੇ ਹੱਥਾਂ ਵੱਲ ਵੇਖ। ਬਾਬਾ ਪ੍ਰਿਥੀ ਚੰਦ ਆਖਦਾ ਜੀ ਕਾਲੇ ਹੋ ਗਏ। ਸਾਹਿਬ ਆਖਣ ਲੱਗੇ ਅਜੇ ਹੱਥ ਹੀ ਕਾਲੇ ਹੋਏ ਨੇ, ਮਾਇਆ ਨੇ ਹੱਥ ਕਾਲੇ ਕੀਤੇ ਪਰ ਬਚ ਕੇ ਨਹੀਂ, ਕਿਤੇ ਮਨ ਵੀ ਨਾ ਕਾਲਾ ਕਰ ਦੇ। ਇਹ ਮਾਇਆ ਮਨ ਵੀ ਕਾਲਾ ਕਰ ਦਿੰਦੀ ਹੈ, ਪਰ ਖਿਆਲ ਕਰਿਓ ਬਾਬਾ ਪ੍ਰਿਥੀ ਚੰਦ ਦਾ ਸੱਚਮੁੱਚ ਹੀ ਸਾਧ ਸੰਗਤ ਮਨ ਕਾਲਾ ਹੋ ਗਿਆ ਸੀ, ਕਿਉਂਕਿ ਉਹਦੇ ਖਿਆਲਾਂ ਦੇ ਵਿੱਚ ਵੀ ਗੁਰਤਾ ਗੱਦੀ ਵੀ ਮੈਨੂੰ ਮਿਲੇ, ਜੋ ਭਟਾਵਾਂ ਸੰਗਤਾਂ ਵੱਲੋਂ ਚੜ੍ਹਦੀਆਂ ਤੇ ਉਸ ਦਾ ਅਧਿਕਾਰੀ ਮੈਂ ਬਣ ਜਾਵਾਂ, ਸਾਂਭ ਸੰਭਾਲ ਮੈਂ ਕਰਾਂ। ਇਸੇ ਕਰਕੇ ਵਿਰੋਧੀ ਬਣ ਗਿਆ ਤੇ ਵਿਰੋਧਤਾ ਇਤਨੀ ਵੱਧ ਗਈ ਕਿ ਸਾਧ ਸੰਗਤ ਕਿ ਪ੍ਰਿਥੀ ਚੰਦ ਨੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਤੇ ਹਮਲਾ ਕਰਵਾ ਦਿਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੋਂ ਹਟਾ ਕੇ
ਤੇ ਇਹ ਗੁਰਤਾ ਗੱਦੀ ਤੇ ਮੈਂ ਬੈਠ ਜਾਵਾਂ। ਤੇ ਇਸੇ ਕਰਕੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਜਹਾਂਗੀਰ ਦੇ ਕੋਲ ਪੁਕਾਰ ਕਰਦਾ, ਫਰਿਆਦੀ ਬਣ ਕੇ ਜਾਂਦਾ। ਇਹ ਪਹਿਲੀ ਵੇਰਾ ਸੀ ਕਿ ਗੁਰੂ ਘਰ ਤੋਂ ਸਾਧ ਸੰਗਤ ਕੋਈ ਲਾਹੌਰ ਜਾਂ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਫਰਿਆਦ ਕਰਨ ਵਾਸਤੇ ਪਹੁੰਚਿਆ ਹੋਵੇ। ਪਰ ਪ੍ਰਿਥੀ ਚੰਦ ਲਾਲਚ ਵਸ ਹੋ ਕੇ ਵੀ ਗੁਰਤਾ ਗੱਦੀ ਮੈਨੂੰ ਮਿਲ ਜਾਏ। ਦੂਜੇ ਪਾਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਸੇ ਤਰ੍ਹਾਂ ਦੀ ਵਿਰੋਧਤਾ ਨਹੀਂ ਜਤਾਉਂਦੇ। ਉਹ ਬਿਲਕੁਲ ਸ਼ੀਤਲ ਨੇ, ਬਿਲਕੁਲ ਸ਼ਾਂਤ ਸੁਭਾਅ ਦੇ ਵਿੱਚ ਵਿਚਰਦੇ ਨੇ। ਪ੍ਰਿਥੀ ਚੰਦ ਭਾਵੇਂ ਤਪ ਰਿਹਾ, ਈਰਖਾ ਦੇ ਕਾਰਨ, ਗੁੱਸੇ ਦੇ ਕਾਰਨ ਤਪਦਾ ਪਿਆ, ਹੰਕਾਰਿਆ ਹੋਇਆ, ਪਰ ਗੁਰੂ ਅਰਜਨ ਦੇਵ ਮਹਾਰਾਜ ਬਿਲਕੁਲ ਸ਼ਾਂਤ ਚਿੱਤ ਸੰਗਤ ਦੇ ਵਿੱਚ ਵਰਤਦੇ ਪਏ। ਉਹਨਾਂ ਦੇ ਅੰਦਰ ਸ਼ੀਤਲਤਾ ਹੀ ਹੈ। ਕਦੀ ਵੀ ਨਹੀਂ ਤਪੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਨਾ ਤੱਤੀ ਤਵੀ ਤੇ ਬੈਠਿਆ ਤੇ ਨਾ ਜ਼ਿੰਦਗੀ ਦੀਆਂ ਕੋਈ ਇਹੋ ਜਿਹੀਆਂ ਔਖੀਆਂ ਘੜੀਆਂ ਵਿੱਚ ਜਦੋਂ ਕਿਤੇ ਸਾਧ ਸੰਗਤ ਪ੍ਰਿਥੀ ਚੰਦ ਨੇ ਕਈ ਵਾਰ ਤਪਾਉਣ ਦਾ ਯਤਨ ਕੀਤਾ। ਪ੍ਰਿਥੀ ਚੰਦ ਕੀ ਕਰਦਾ, ਫਰਿਆਦੀ ਹੁੰਦਾ ਹੈ। ਉੱਥੇ ਜਾ ਕੇ ਫਰਿਆਦ ਕਰਕੇ ਤੇ ਸਾਧ ਸੰਗਤ ਇੱਕ ਜਰਨੈਲ ਦਿੱਲੀ ਦਰਬਾਰ ਦਾ, ਜਿਹਦਾ ਨਾਮ ਹੈ ਸੁਲਹੀ ਖਾਨ, ਇਹਦੇ ਨਾਲ ਮਿੱਤਰਤਾ ਵੀ ਸੀ ਪ੍ਰਿਥੀ ਚੰਦ ਦੀ। ਉਸ ਨੂੰ ਜਾ ਕੇ ਆਖਦਾ ਵੀ ਸੁਲਹੀ ਖਾਨ, ਤੂੰ ਮੇਰਾ ਇੱਕ ਕੰਮ ਕਰਦੇ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰੀ ਤੇ ਹਮਲਾ ਕਰ, ਫੌਜਾਂ ਲੈ ਕੇ ਜਾ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਜਾਂ ਮਾਰ ਮੁਕਾ ਤੇ ਗੁਰਿਆਈ ਜਿਹਦਾ ਹੱਕਦਾਰ ਮੈਂ ਹਾਂ ਗੁਰਤਾ ਗੱਦੀ, ਉਹ ਮੈਨੂੰ ਮਿਲ ਜਾਏ। ਸੁਲਹੀ ਖਾਨ ਨੂੰ ਲਾਲਚ ਦਿੱਤਾ ਗਿਆ ਵੀ ਤੈਨੂੰ ਪੈਸੇ ਦਿਆਂਗਾ, ਤੈਨੂੰ ਇਨਾਮ ਮੈਂ ਦੇ ਕੇ ਵੀ ਤੋਰਾਂਗਾ, ਨਵਾਜਾਂਗਾ ਤੈਨੂੰ ਮੈਂ। ਤੇ ਸਾਧ ਸੰਗਤ ਸੁਲਹੀ ਖਾਨ ਆਖਿਰਕਾਰ ਫੌਜਾਂ ਲੈ ਕੇ ਤੇ ਪੰਜਾਬ ਦੀ ਧਰਤੀ ਵੱਲ ਨੂੰ ਕੂਚ ਕਰਦਾ। ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰੀ ਪਹੁੰਚਣ ਤੋਂ ਪਹਿਲਾਂ ਤੇ ਹੇਹਰ ਨਗਰ ਦੇ ਵਿੱਚ, ਜਿੱਥੇ ਪ੍ਰਿਥੀ ਚੰਦ ਜੀ ਦੇ ਸਹੁਰੇ ਪਰਿਵਾਰ ਵਾਲੇ ਰਹਿੰਦੇ, ਉਸ ਨਗਰੀ ਦੇ ਵਿੱਚ ਆ ਕੇ ਰੁਕ ਜਾਂਦਾ। ਇਹੀ ਹੇਹਰ ਨਗਰ ਜਿੱਥੇ ਪ੍ਰਿਥੀ ਚੰਦ ਨੇ ਬਿਲਕੁਲ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਕਰਦਿਆਂ ਹੋਇਆਂ ਸਾਧ ਸੰਗਤ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਵੀ ਬਣਵਾਇਆ। ਉਹਦੇ ਵਿੱਚ ਸਾਧ ਸੰਗਤ ਆਲੇ ਦੁਆਲੇ ਪਾਵਨ ਸਰੋਵਰ ਵੀ ਬਣਾਇਆ। ਇਸ ਗੱਲ ਦਾ ਭੁਲੇਖਾ ਸੰਗਤਾਂ ਨੂੰ ਪਾਉਣ ਵਾਸਤੇ ਵੀ ਮੈਂ ਵੀ ਗੁਰੂ ਕਾ ਸਪੁੱਤਰ ਹਾਂ ਤੇ ਮੈਂ ਉੱਤਰਾਧਿਕਾਰੀ ਹਾਂ। ਪਰ ਸੰਗਤਾਂ ਨੂੰ, ਸਾਧ ਸੰਗਤ ਇਸ ਗੱਲ ਦਾ ਬਿਲਕੁਲ ਇਲਮ ਸੀ ਕਿ ਗੁਰਤਾ ਗੱਦੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਤੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ। ਪ੍ਰਿਥੀ ਚੰਦ ਤਾਂ ਨਿਰਾ ਮਾਇਆ ਦਾ ਹੀ ਪਾਪੀ ਬਣ ਕੇ ਮਾਇਆ ਦੇ ਨਾਲ ਹੀ ਹੰਕਾਰਿਆ ਹੋਇਆ ਤੇ ਇਹ ਕੁਝ ਕਰਤੂਤਾਂ ਕਰਦਾ ਪਿਆ। ਸੁਲਹੀ ਖਾਨ ਸਾਧ ਸੰਗਤ ਹੇਹਰ ਪਹੁੰਚਿਆ। ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇੱਕ ਪੱਤਰ ਭੇਜਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਪ੍ਰਿਥੀ ਚੰਦ ਦੇ ਕਹਿਣ ਤੇ ਸੁਲਹੀ ਖਾਨ ਬੜੀ ਵੱਡੀ ਫੌਜ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਨਗਰੀ ਤੇ ਹਮਲਾ ਕਰਨ ਵਾਸਤੇ ਆ ਰਿਹਾ ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕੋਈ ਉਪਾਅ ਕਰੋ ਕਿ ਉਸ ਨੂੰ ਰੋਕਿਆ ਜਾਏ। ਗੁਰੂ ਕੇ ਸਿੱਖਾਂ ਨੇ ਇਕੱਠਿਆਂ ਹੋ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਸੰਗਤਾਂ ਦਾ ਇਕੱਠ ਸੀ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਵਕਤ ਮਤਾ ਪਕਾਇਆ, ਸਲਾਹ ਕੀਤੀ ਕੁਝ ਪ੍ਰਮੁੱਖ ਸਿੱਖਾਂ ਦੇ ਨਾਲ। ਕਈ ਸਲਾਹ ਦੇਣ ਲੱਗੇ, ਕਹਿੰਦੇ ਸਤਿਗੁਰੂ ਮਹਾਰਾਜ ਆਪਾਂ ਰਲ ਮਿਲ ਕੇ ਕੋਈ ਚਿੱਠੀ ਪੱਤਰ ਲਿਖ ਕੇ ਭੇਜੀਏ ਸਰਕਾਰੇ ਦਰਬਾਰੇ ਵੀ ਸਾਡਾ ਤੇਰੇ ਨਾਲ ਕੋਈ ਵਿਰੋਧ ਨਹੀਂ, ਵੈਰ ਨਹੀਂ, ਤੇ ਇਸ ਤਰ੍ਹਾਂ ਕੋਈ ਹਮਲਾ ਨਾ ਕਰ। ਕੁਝ ਸਿੱਖਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਮਹਾਰਾਜ 2-3 ਮੋਹਤਬਰ ਬੰਦੇ ਚੁਣ ਕੇ ਤੇ ਪ੍ਰਿਥੀ ਚੰਦ ਤੇ ਸੁਲਹੀ ਖਾਨ ਦੇ ਨਾਲ ਗੱਲਬਾਤ ਕਰਦੇ ਆ ਤੇ ਹਮਲਾ ਰੋਕ ਲੈਂਦੇ ਆ, ਵਿੱਚ ਸਾਡਾ ਕੋਈ ਵਿਰੋਧ ਨਹੀਂ ਤੇ ਤੂੰ ਇਸ ਤਰ੍ਹਾਂ ਹਮਲਾ ਨਾ ਕਰ, ਬੇਕਸੂਰ ਸਿੱਖਾਂ ਦੇ ਘਰ-ਬਾਰ ਨਾ ਉਜਾੜ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਿਲਕੁਲ ਸ਼ਾਂਤ ਚਿੱਤ ਬੈਠੇ ਹੋਏ ਨੇ। ਉਹਨਾਂ ਦੀ ਗੱਲ ਦਾ, ਉਹਨਾਂ ਦੀਆਂ ਸਲਾਹਾਂ ਦਾ ਕੋਈ ਜਵਾਬ ਨਹੀਂ ਦਿੰਦੇ। ਆਖਿਰਕਾਰ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਲਹੀ ਖਾਨ ਦਾ ਨੇੜੇ ਆ ਗਿਆ, ਹੇਹਰ ਨਗਰੀ ਦੇ ਵਿੱਚ ਠਹਿਰਿਆ ਹੋਇਆ, ਪਤਾ ਲੱਗ ਰਿਹਾ, ਸੁਨੇਹੇ ਮਿਲ ਰਹੇ ਨੇ ਤੇ ਕੱਲ ਨੂੰ ਬੜੀ ਭਾਰੀ ਫੌਜ ਲੈ ਕੇ ਤੇ ਉਹਨੇ ਹਮਲਾ ਕਰ ਦੇਣਾ। ਸਤਿਗੁਰੂ ਜੀ ਕੋਈ ਤਾਂ ਕੋਈ ਉਪਾਅ ਲੱਭੋ ਕਿ ਉਹਦੇ ਹਮਲੇ ਨੂੰ ਟਾਲਿਆ ਜਾ ਸਕੇ। ਇਤਿਹਾਸ ਦੇ ਉਹ ਪਾਵਨ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਵਿੱਚ ਵੀ ਦਰਜ ਨੇ। ਸਾਧ ਸੰਗਤ ਇੱਕ ਬੜਾ ਵੱਡਾ ਵਿਸ਼ਵਾਸ, ਭਰੋਸਾ ਸਾਡੇ ਮਨ ਦਾ ਕਾਇਮ ਕਰਨ ਵਾਲਾ। ਕਿਤੇ ਸਾਡੀ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ, ਬਿਪਤਾ ਆਉਂਦੀ, ਔਖੀ ਘੜੀ ਆਉਂਦੀ, ਆਮ ਸੰਸਾਰ ਦੇ ਵਿਰੋਧੀਆਂ ਨੂੰ ਵੇਖ ਕੇ, ਵੈਰੀਆਂ ਦੁਸ਼ਮਣਾਂ ਨੂੰ ਵੇਖ ਕੇ ਸਾਡਾ ਵੀ ਮਨ ਡੋਲ ਜਾਂਦਾ। ਪਰ ਸਾਧ ਸੰਗਤ ਇਹੋ ਜਿਹੀ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇਖੋ ਕਿਸ ਦਾ ਸਹਾਰਾ, ਕਿਸ ਦਾ ਆਸਰਾ ਤੱਕਣ ਦੀ ਬਾਤ ਕਰ ਰਹੇ।
मेरे पातशाह जी के बचन ने, प्रथमे मता जे पत्री चलावो। पत्री का मतलब है चिट्ठी। पहला सलाह की गई भी चिट्ठी भेजिए सुलही खान या प्रीति चंद दे वल। दूतीए मता दोए मानुख पहुंचावो। दूजी सलाह यह की गई भी दो को मोहतबर बंदे चुन के भेजे जान, आपस में सुलह करवा दी जाए, हमला टल जाए। ते साध संगत फिर संगतां ने बेनती की, तृतीय मता किश करो उपाया। गुरु अर्जन देव साहब महाराज साडी तां यही बेनती है, साडी तां यही सलाह है कि पातशाह कोई ना कोई उपाय जरूर किया जाए। कि गुरु अर्जन देव साहब महाराज नेत्र मूंद के दोए हाथ जोड़ के ते अकाल पुरख वाहिगुरु नूं ध्याउंदियां परमेश्वर के चरणों में बेनती करके पता की आखदे भी ना तो चिट्ठी भेजनी, ना किसी वैरी या विरोधी के नाल कोई सलाह मशवरा करना है। साहब महाराज पातशाह जी कह लगे उपाय इको एक है, कि वो केड़ा उपाय? मैं सब किश छोड़ प्रभ तू ही ते आया। मैं सारे आसरे सहारे छड्ड के, जिवें सुखमनी साहब बाणी दे विच आप पढ़दे हो, मानुख की टेक बिरथी सब जान। बंदियां दा आसरा नहीं, देवन को एक है भगवान, जिसका दिया रह अकाए। जे रब दे दे ते सदा वास्ते रज हो जाता है। साध संगत किसी दे रजाया नहीं रज सकते। जिसका दिया रह अकाए, बहुर न तृष्णा लागै आए। मारै रख है इनको आप, मानुख कह किश ना ही हाथ। भी बंदे दे हाथ में कुछ नहीं, जां को मुश्किल अत बने ढोई कोई ना दे। देखो भरोसा किड्डा वड्डा सतगुरु जी ने साडे मनां विच पक्का कीता। किते इस विश्वास नूं जगा लईए अपने मनां दे विच। जे गुरु नूं भरोसा उस परमात्मा दा, ते साध संगत अज दे सिखां नूं फिर क्यों ना होवे गुरु दे उपर भरोसा। साध संगत गुरु महाराज पातशाह जी की कह रहे हैं कि विश्वास होवे, जां को मुश्किल अत बने ढोई कोई ना दे। जे मुश्किल बन जाए, अत की मुश्किल आ जाए, कोई सहारा कोई आसरा नहीं दुनिया का। लागू होए दुश्मना साख भे भज खड़े। दुश्मन भारू होके आउंदा ते सगे संबंधी सब तो पहला साध संगत साथ छड्ड के भजदे। जिहड़े कहंदे भी सुख विच तेरे नाल आ, दुख विच भी तेरा साथी आ। साख भे भज खड़े सबो भजै, आसरा चुकै सब असराओ। दुनिया के सारे आसरे जो दौड़ जाते, जो सारे सहारे पिछां हट जाते हैं, तो साध संगत चित आवे उस पार ब्रह्म, तां लगे ना तत्ती वाव। पर चित विच उस मालक का चेता ते तत्ती वाव नहीं कदे लग सकती। अज गुरु अर्जन देव साहब महाराज ने अरदास की, जिहड़ा हमला करने वास्ते आ रहा है, ते अरदास करदे आख्या परमात्मा मैं सब किश छोड़ प्रभ तू ही ध्याया। मैं तो तेनू ध्याया, ते जाम गुरु होए वल धनै क्या गर्व दिजे। जाम गुरु होए वल लख बाहे क्या किजे। जो गुरु वल है, जो परमात्मा नाल है, तो साध संगत लखां दुखी दुश्मन भी कुछ नहीं बिगाड़ सकते। उही कुछ होया साध संगत की। अगला दिन खेहर नगरी दे विच इट्टां दे आवे तप रहे सन। प्रीति चंद उत्थे जो सरोवर बना रहा है, जो पावन श्री दरबार साहब की इमारत बना रहा, बिल्कुल नकल कर रहा। तो साध संगत उन्होंने वास्ते इट्टां जिहड़ियां सन उन्होंने दे आवे तपाए हुए सन। विखाउण वास्ते लैके गया भी मैं इस तरह कुछ करना है। गुरता गद्दी बस मिलण की देर है, तो सारिया संगतां फिर मेरे को आया करनगियां। आवे वेखते जा रहे ने, घोड़ियां ते दोवें सवार ने। एक पासे पृथ्वी चंद है, एक घोड़े के उपर सुलही खान है। किते साध संगत एक भट्ठे के नेड़े हो के तपदियां इट्टां पक रहियां इट्टां नूं वेख रहे सन। एकदम अग का भांबड़ उपर नूं उठिया ते घोड़ा तरपक गया, कंब गया। ते घोड़ा इस तरह तरप गया ते साध संगत पिछां नूं नहीं, वो अगे नूं वधिया ते उस आवे विच उस भट्ठे दे विच ही पृथ्वी चंद नूं लैके, माफ करो सुलही खान नूं लैके डिग गया ते सड़ के सुआह हो गया। उत्थे ही सुलही खान घोड़े समेत ही साध संगत उत्थे ही सुआह हो गया। सुनिया मिलिया गुरसिखां ने गुरु अर्जन देव साहब महाराज पातशाह जी नूं दस्सिया, पातशाह जी जिहड़ा सुलही खान बड़ियां वड्डियां फौजां लैके आ रहा सी, ते उस नाल तां मेरे पातशाह जी ये कुछ वाकिया होया। ते गुरु अर्जन देव साहब जी ने फिर दोवें हाथ जोड़े
ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਸ਼ਬਦ ਪੜ੍ਹਦੇ ਨੇ, ਸੁਲਗੀ ਤੇ नारायण राख। गुरु की बाणी इतिहास का हवाला देती है। सुलगी का हाथ कहीं ना पहुंचे, सुलगी मुआ होए ना पाक। ते साध संगत काढ़ कुठार खसम सिर काटिया, जिन रचिया तिन दिया धाक। ते साध संगत जिस परमात्मा ने रचिया, जिन्हें पैदा किया, उसे ने उसका नाश भी कर दिता। क्योंकि नारायण वो परमात्मा रखण वाला है, वो राखा है। राखा एक हमारा स्वामी, फिर दुखी दुश्मन की बिगाड़ सकता है कुछ। जो परमात्मा रखवाला होवे ते साध संगत ये कुछ भी जो वाकियात होए, भाव गुरु अर्जन देव साहब को पता भी पृथ्वी चंद ने हमला करवाना है, पर गुरु अर्जन देव साहब महाराज पृथ्वी चंद का फिर भी विरोध नहीं करते। पृथ्वी चंद को कुछ भी सजा नहीं सुनाते। ते साध संगत समा बीतता है, गुरु अर्जन देव साहब महाराज जी के गृह विखे धन माता गंगा जी की कुख नूं अजे तक भाग नहीं सन लगे। ते साध संगत पृथ्वी चंद की घर वाली बीबी करमो एक दिन पृथ्वी चंद नाल गल्लां करदी है कि सानू तां कोई बहुता लोड़ नहीं है गुरु अर्जन देव साहब महाराज नाल मत्था लाउण दी, क्योंकि समा आउणा है ते साडे घर दे विच औलाद है, पुत्तर है, मेहरबान। ते गुरु अर्जन देव साहब महाराज पातशाह जी ते माता गंगा जी जिहड़े ने वो तां कुखों सखणे ने, उन्हां दे घर दे विच तां औलाद ही नहीं। ते जो गुरदा गद्दी वो साडे पुत्तर मेहरबान नूं ही मिलनी है। बीबी करमो ये गल्लां करदी है। ते इत्थों तक भी उन्हें साध संगत की भाषा वरती। ते एक दासी जिहड़ी सी साध संगत कोल खड़ी हुई सुनदी है। बीबी करमो कहती कि माता गंगा ते धन गुरु अर्जन देव साहब महाराज जिन्हां दे घर कोई औलाद नहीं, इन्हां दोवां ने दुनिया विच जहानों औंतरी चले जाना। इत्थों तक गल्लां उन्हां ने आखी। बीबी करमो दियां ये गल्लां साध संगत दासी सहार ना सकी, रोंदी हुई आई। कहती धन माता, माता गंगा जी तुहाडी भरजाई तुहाडी जठानी जिहड़ी है वो इस तरह के बोल कह रही ते मेरे कोलों तो ये बर्दाश्त नहीं होए। ते माता गंगा जी ने गुरु अर्जन देव साहब महाराज जी को बेनती की, अपने मन का दुख दसिया। ते धन गुरु अर्जन देव साहब महाराज अज माता गंगा जी को बाबा बुढ़ा साहब जी के पास भेजते भी जाओ। ब्रह्म ज्ञानी बाबा बुढ़ा जी जिहड़े गुरु घर के अनिल सेवक ने, उन्होंने पास जाके अरदास कराओ गुरु नानक जी के चरणों के विच। ते माता गंगा जी जो साध संगत लस्सी का छन्ना मिस्से प्रसादे पका के ते नंगे पैरी बाबा बुढ़ा जी के पास बीड़ बाबा बुढ़ा साहब रमदास की धरती से आउंदे ने। ते बाबा बुढ़ा जी अज जिवें पहलां ही उडीक करते पे, कहंदे माता लिया मैनू प्रसादा छका दे, मैनू भुख बड़ी लगी। साध संगत प्रसादा तली ते रखिया। आम खेतों में जिवें कोई किसान काम कर रहा, बाबा बुढ़ा जी इस तरह बन्ने ते बैठे, वट के उपर बैठे। माता गंगा जी ने लस्सी का छन्ना रखिया, प्रसादे तली ते रखे। बाबा बुढ़ा जी ने अचार रखे ते एक गंढा साबत भी माता गंगा जी ने फड़ाया ते गोडे ते रख के ते मुक्की मार के उस गंढे नूं तोड़ दे ते नालों नाल अपने मुखार बिंद तो बाबा बुढ़ा जी की कहंदे, माता गंगा जी गुरु नानक साहब जी की कृपा होनी है, तुहाडे ग्रह विच ऐसे सुपुत्र ने जन्म लैना जिहड़ा वैरियां दे दोखियां दे इस तरह सिर फे के रख देगा। आसमान दे विच बिजली कड़कदी है, बदल घटावां छांदियां हुंदियां ते साध संगत नालों नाल बचन कह दिते बाबा बुढ़ा जी ने, माता गंगा जी तुहाडे साहिबजादे तुहाडे सुपुत्र की चमक इस बिजली के वांग होवेगी। जे वैरियां दे दिल कंब जाणगे जदों उन्हां दी गरज जदों वो वैरी सुनिया करनगे, उन्हां दी भवक सुनिया करनगे। ते साध संगत इस तरह के बचन कहे ते कृपा हुई गुरु नानक साहब महाराज पातशाह जी की। ते साध संगत माता गंगा जी की कुख तो श्री हरगोबिंद साहब का प्रकाश होया ते बचन पढ़े गुरु अर्जन देव साहब जी ने खुशी विच। ते साध संगत गुज्जी छन्नी नाही बात, गुरु नानक तुठा कीनी दात। गुरु नानक साहब महाराज पातशाह जी का धन्नवाद किया। ते साध संगत हुण इधर पृथ्वी चंद नूं ये कुछ बर्दाश्त ना होया, जिहड़े अपनी घर वाली नाल रल के सलाह कर रहे सन कि साडे सुपुत्र मेहरबान नूं गुरियाई मिलेगी। ते गुरु अर्जन देव साहब जी के गृह दे विच उन्हां दे घर तां कोई औलाद ही नहीं।
ਜਦੋਂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਤਾਂ ਇਹ ਫਿਰ ਈਰਖਾ ਦੇ ਵਿੱਚ ਆ ਕੇ ਜਿੱਥੇ ਪ੍ਰਿਥਵੀ ਚੰਦ ਅੰਮ੍ਰਿਤਸਰ ਸਾਹਿਬ ਨਗਰੀ ਤੇ ਹਮਲਾ ਕਰਾਉਣਾ ਚਾਹੁੰਦਾ, ਉੱਥੇ ਸਾਧ ਸੰਗਤ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਇੱਕ ਦਾਈ ਭੇਜੀ ਜਾਂਦੀ ਜਿਹੜੀ ਸਾਧ ਸੰਗਤ ਆਪਣੇ ਸੀਨੇ ਤੇ ਜ਼ਹਿਰ ਲਾ ਕੇ ਤੇ ਦੁੱਧ ਪਿਆਉਣ ਵਾਸਤੇ ਜਾਂਦੀ ਹੈ, ਤੇ ਉਹਦੇ ਜ਼ਹਿਰ ਦਾ ਅਸਰ ਉਸੇ ਉੱਪਰ ਹੀ ਹੋ ਜਾਂਦਾ ਤੇ ਦੁੱਧ ਪਿਆਉਣ ਤੋਂ ਪਹਿਲਾਂ ਹੀ ਉਹ ਦਾਈ ਤੜਪ ਤੜਪ ਕੇ ਮਰ ਜਾਂਦੀ। ਜਾਂਦਿਆਂ ਸੱਚਾਈ ਦੱਸ ਜਾਂਦੀ ਪ੍ਰਿਥਵੀ ਚੰਦ ਨੇ ਭੇਜਿਆ ਸੀ। ਦੂਜੀ ਵਾਰ ਖੜਾਵੇ ਨੂੰ ਭੇਜਿਆ ਗਿਆ ਵੀ ਤੂੰ ਇਸ ਤਰ੍ਹਾਂ ਕਰੀ ਕਿ ਜੋ ਕੁਝ ਤੂੰ ਖਵਾਉਣਾ ਹੈ ਤੇ ਉਸ ਵਿੱਚ ਜ਼ਹਿਰ ਮਿਲਾ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਿਲਾ ਦੇਂ ਤੇ ਉਸ ਬਾਲਕ ਦੀ ਮੌਤ ਹੋ ਜਾਏਗੀ। ਖੜਾਵੇ ਨੇ ਦਹੀਂ ਵਿੱਚ ਜ਼ਹਿਰ ਪਾਇਆ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਖਾਧਾ ਨਹੀਂ, ਹੱਥ ਮਾਰ ਕੇ ਡੋਲ ਦਿੱਤਾ। ਕੋਲ ਖੇਡਦੇ ਹੋਏ ਕੁੱਤੇ ਨੇ ਜਦੋਂ ਉਹ ਦਹੀਂ ਚਟਿਆ ਤੇ ਕੁੱਤੇ ਦੀ ਮੌਤ ਹੋ ਗਈ। ਤੇ ਸਾਧ ਸੰਗਤ ਉਹ ਖੜਾਵਾ ਵੀ ਜਿਹੜਾ ਸੀ ਤੇ ਸਾਧ ਸੰਗਤ ਉਹਦੇ ਵੀ ਸੀਨੇ ਵਿੱਚ ਸੂਲ ਉੱਠਿਆ ਤੇ ਉਹਦੀ ਵੀ ਮੌਤ ਹੋ ਗਈ। ਪਰ ਮਰਦਾ ਮਰਦਾ ਦੱਸ ਗਿਆ ਕਿ ਪ੍ਰਿਥਵੀ ਚੰਦ ਨੇ ਭੇਜਿਆ ਲਾਲਚ ਦੇ ਕੇ। ਸੱਚ ਉਦੋਂ ਵੀ ਉਗੜਿਆ, ਸਾਹਮਣੇ ਆਇਆ। ਤੇ ਸਾਧ ਸੰਗਤ ਤੀਜੀ ਵਾਰ ਇੱਕ ਸਪੇਰਾ ਭੇਜਿਆ ਵੀ ਸੱਪ ਦੇਖ ਕੇ ਸ੍ਰੀ ਹਰਗੋਬਿੰਦ ਸਾਹਿਬ ਵਿਹੜੇ ਵਿੱਚ ਖੇਡਦੇ ਹੋਣਗੇ ਤੇ ਸੱਪ ਡੰਗ ਜਾਏਗਾ ਤੇ ਮੌਤ ਹੋ ਜਾਏਗੀ। ਪਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਜਿੱਥੇ ਬਾਬਾ ਬੁੱਢਾ ਸਾਹਿਬ ਦੀ ਅਰਦਾਸ ਸੀ ਕਿ ਬਚਨ ਸਨ ਕਿ ਵੈਰੀਆਂ ਦੇ ਸਿਰ ਫੇਣ ਵਾਲਾ ਸਾਹਿਬਜ਼ਾਦਾ ਹੋਵੇਗਾ। ਤੇ ਸਾਧ ਸੰਗਤ ਫਿਰ ਉਹਨਾਂ ਨੂੰ ਬਚਪਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਫਿਰ ਕਿਵੇਂ ਡਰਾ ਸਕਦੀਆਂ ਸਨ। ਮੌਤ ਨੇੜੇ ਨਹੀਂ ਸੀ ਆ ਸਕਦੀ। ਸ੍ਰੀ ਹਰਗੋਬਿੰਦ ਸਾਹਿਬ ਨੇ ਕੀ ਕੀਤਾ, ਸੱਪ ਦਾ ਸਿਰ ਫੜਿਆ ਆਪਣੇ ਹੱਥ ਨਾਲ ਤੇ ਉਸ ਨੂੰ ਮਸਲ ਕੇ ਧਰਤੀ ਦੇ ਨਾਲ ਸੱਪ ਨੂੰ ਮਾਰ ਦਿੱਤਾ। ਤੇ ਸਪੇਰੇ ਦੇ ਕੋਲੋਂ ਜ਼ਾਹਰ ਹੋ ਗਿਆ ਵੀ ਇਹ ਪ੍ਰਿਥਵੀ ਚੰਦ ਵੱਲੋਂ ਕਰਵਾਇਆ ਗਿਆ ਸੀ ਤੇ ਮੈਨੂੰ ਲਾਲਚ ਦਿੱਤਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਭਾਅ ਵੇਖੋ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਇਹ ਸਾਰਾ ਕੁਝ ਜਾਣ ਲੈਂਦੇ, ਪਾਜ ਉਗੜ ਜਾਂਦਾ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਪ੍ਰਿਥਵੀ ਚੰਦ ਨੂੰ ਕੁਛ ਵੀ ਨਹੀਂ ਆਖਦੇ। ਫਿਰ ਵੀ ਪ੍ਰਿਥਵੀ ਚੰਦ ਨੂੰ ਇਹੀ ਆਖਦੇ ਵੀ ਤੇਰਾ ਭਲਾ ਹੋਵੇ। ਉਹਦੇ ਖਿਲਾਫ ਕਦੀ ਇੱਕ ਵੀ ਬੁਰਾ ਬਚਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਨਹੀਂ ਬੋਲਿਆ। ਭਾਵ ਤਪੇ ਨਹੀਂ, ਗੁਰੂ ਮਹਾਰਾਜ ਗੁੱਸੇ ਵਿੱਚ, ਕ੍ਰੋਧ ਵਿੱਚ ਫਿਰ ਵੀ ਨਹੀਂ ਆਏ। ਸ਼ੀਤਲ ਨੇ, ਸ਼ੀਤਲ ਸੁਭਾਅ ਵਿੱਚ, ਠੰਡੇ ਸੁਭਾਅ ਵਿੱਚ ਨੇ ਗੁਰੂ ਅਰਜਨ ਦੇਵ ਮਹਾਰਾਜ। ਤੇ ਸਾਧ ਸੰਗਤ ਇਸ ਤੋਂ ਇਲਾਵਾ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹਦੇ ਜਾਈਏ ਤੇ ਸਮੇਂ ਐਸੇ ਕਿ ਜਦੋਂ ਸ਼ਹੀਦੀ ਹੋਣੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ, ਤੇ ਪਾਤਸ਼ਾਹ ਜੀ ਦੀ ਪ੍ਰਤਿਸ਼ਠਾ, ਗੁਰੂ ਮਹਾਰਾਜ ਜੀ ਦੀ ਵਡਿਆਈ ਜਿਹੜੀ ਹੈ ਉਹ ਸਾਰੇ ਜਹਾਨ ਦੇ ਵਿੱਚ ਫੈਲੀ ਹੋਈ ਹੈ। ਬੜੇ ਐਸੇ ਸੂਫੀ ਸੰਤ ਜਿਵੇਂ ਮੀਆਂ ਮੀਰ ਜੀ ਵਰਗੇ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੀ ਵਡਿਆਈ ਸੁਣੀ, ਗੁਰੂ ਚਰਨਾਂ ਦੇ ਵਿੱਚ ਆ ਕੇ ਜੁੜ ਗਏ, ਗੁਰੂ ਕੇ ਸੇਵਕ ਬਣ ਗਏ, ਸ਼ਰਧਾਲੂ ਬਣ ਗਏ। ਤੇ 1588 ਈਸਵੀ ਵਿੱਚ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਉਹਨਾਂ ਦੇ ਹਸਤ ਕਮਲਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਮਹਾਨ ਕਾਰਜ ਹੋਰ ਕੀਤਾ। 1601 ਈਸਵੀ ਵਿੱਚ ਸਮੁੱਚੇ ਗੁਰੂ ਸਾਹਿਬਾਂ ਦੀ ਬਾਣੀ, ਭਗਤਾਂ ਦੀ, ਭੱਟਾਂ ਦੀ ਤੇ ਗੁਰਸਿੱਖਾਂ ਦੀ ਬਾਣੀ ਇਕੱਠੀ ਕਰਕੇ ਤੇ ਆਦਿ ਬੀੜ ਦੀ ਸੰਪਾਦਨਾ ਕਰਵਾਈ ਹੈ। 4 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਸਰੂਪ ਲਿਖਿਆ ਗਿਆ, ਸੰਪਾਦਨਾ ਹੋਈ ਤੇ ਇਸ ਵਿੱਚ ਉਹਨਾਂ ਭਗਤਾਂ ਦੀ ਵੀ ਬਾਣੀ ਸ਼ਾਮਲ ਕੀਤੀ ਗਈ ਜਿਹੜੇ ਭਗਤ ਨਾਮਦੇਵ ਜੀ ਵਰਗਿਆਂ ਨੂੰ ਕਿਤੇ ਧਰਮ ਮੰਦਰਾਂ ਦੇ ਵਿੱਚੋਂ ਧੱਕੇ ਮਾਰ ਕੇ ਤੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂਆਂ ਨੇ ਬਾਹਰ ਕੱਢਿਆ ਸੀ। ਪਰ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਸਾਧ ਸੰਗਤ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਇਕੱਠੀ ਕੀਤੀ। ਜਿੱਥੇ ਪ੍ਰਚਾਰ ਫੇਰੀਆਂ ਕੀਤੀਆਂ ਉੱਥੇ ਭਗਤਾਂ ਦੀ ਬਾਣੀ ਵੀ ਇਕੱਠੀ ਕੀਤੀ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ। ਤੇ ਜਿਸ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚੋਂ ਧੱਕੇ ਮਾਰੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ। ਤੇ 1604 ਈਸਵੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਤੇ ਜਿਹੜੇ ਭਾਈ ਬਾਬਾ ਨਾਮਦੇਵ ਜੀ ਵਰਗਿਆਂ ਨੂੰ, ਭਗਤ ਨਾਮਦੇਵ ਜੀ ਵਰਗਿਆਂ ਨੂੰ ਮੰਦਰਾਂ 'ਚੋਂ ਧੱਕੇ ਵੱਜੇ ਸਨ ਕਿਸੇ ਸਮੇਂ, ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਕੇ, ਉਹਨਾਂ ਦੀ ਬਾਣੀ ਨੂੰ, ਸ਼ਬਦਾਂ ਨੂੰ ਸ਼ਾਮਲ ਕਰਕੇ ਅੱਜ ਸਦੀਵੀ ਕਾਲ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਠਾ ਦਿੱਤਾ। ਜਿਨ੍ਹਾਂ ਨੂੰ ਸਾਧ ਸੰਗਤ ਲੋਕ ਨੀਚ ਤੇ ਸ਼ੂਦਰ ਆਖਦੇ ਸਨ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਜਿਨ੍ਹਾਂ ਦੇ ਪਰਛਾਵੇਂ ਤੂੰ ਵੀ ਲੋਕ ਕਹਿੰਦੇ ਸਨ ਵੀ ਇਹ ਪਰਛਾਵਾਂ ਮਾੜਾ ਹੈ, ਨੀਚ ਹੈ,
ये नीवें का परछावां है, नीवी जाति वाले का परछावां। तो साध संगत उन्हां दे अगे अज दुनिया के सीस झुकते हैं। गुरु ग्रंथ साहिब महाराज जी के अगे अज आके दुनिया सीस झुकाउंदी है। ये गुरु नानक महाराज पातशाह जी के घर दीयां वडियाइयां ते गुरु अर्जन देव महाराज पातशाह जी ने कृपा की। साध संगत समा जिहड़ा ना, उस समय जहांगीर बादशाह राजगद्दी ते बैठदा, तखत ते बैठदा, भारत का तखत जहांगीर के हाथ आउंदा। इस तो पहला अकबर बादशाह सी। अकबर इन्ना कट्टड़ जां मुतस्सबी नहीं सी। ये जदों भी किते गुरु नानक महाराज जी के दर घर की शोभा सुनदा है तो बड़ा सत्कार सहित गुरु महाराज पातशाह जी का सत्कार ते बोल आता है। चाहे ये खिलाफ शिकायतां कीतियां गईयां, ये कोल गुरु ग्रंथ साहिब महाराज जी के खिलाफ, पर इन्हें बटाले की धरती ते गुरु ग्रंथ साहिब महाराज जी की बीड़ मंगवा के ते बाणी सुनी सी। उत्थे शब्द पढ़े गए। बाबा बुढ़ा जी ने जो गुरु ग्रंथ साहिब जी का प्रकाश किया सी, अकबर बादशाह ने क्योंकि शिकायतों के आधार पर बाणी सुनी तो शब्द आए सन, अल्लाह अगम खुदाई बंदे छोड़ ख्याल दुनिया के तंदे। अल्लाह शब्द पहला उत्थे आया सी। ते उस वक्त अकबर कहन लगा भी दुनिया का कोई ग्रंथ नहीं जिस विच किसी दूजे धर्म का एक कोई धर्मी बोल लिखा हो। अल्लाह शब्द गुरु ग्रंथ साहिब विच है, प्रभु शब्द गुरु ग्रंथ साहिब विच है, कृष्ण शिव शब्द, ये सारे शब्द, हनुमान शब्द भी पढ़ सकते हो तुसीं। पर साध संगत कुरान मजीद दे विच तुसीं कोई इहो जिहा शब्द जिहड़ा दूजे धर्म का शब्द है वो कभी भी तुसीं पढ़न वास्ते साध संगत नहीं देख सकते। इस तरह हिंदू ग्रंथां दे विच साध संगत दूजे धर्मां की सिफत दे कोई इहो जिहे बोल, कोई शब्द नहीं लिखे। पर गुरु ग्रंथ साहिब विच जिथे शब्द पढ़े जाते, कोई बोले राम राम, कोई खुदाए, कोई सेवा गुसैया, कोई अल्लाह, ते ये शब्द पढ़े जाते। तो दूजी बार फिर अकबर के कोल शिकायतां गईयां। शिकायतां करने वाले कौन सन? उस वक्त के पंडित सन, ब्राह्मण सन, जिन्हां दे साध संगत धर्म नूं इस गल का डर कि गुरु ग्रंथ साहिब रूपी ये बाणी जिहड़ी है एकत्रित की जा रही, आद बीड़ लिखी जा रही है, तो समा आवेगा तो साडे धर्म नूं खतरा पैदा हो जाना। जिथे सच की गल उत्थे झूठ नहीं टिक सकता। कूड़ निखुट्टे नानका ओढ़क सच रही, सच रह जाता है तो कूड़ साध संगत मलिया मेट हो जाता, रल जाता है। तो साध संगत इन्हों बर्दाश्त नहीं, तो शिकायतां अकबर के कोल फेर गईयां। अकबर नूं कहा गया कि तुसीं दोबारा सुनो, मुसलमान धर्म के खिलाफ बोल लिखे ने, मुहम्मद साहब जी की निंदिया की गई है गुरु ग्रंथ साहिब विच, झूठियां शिकायतां सन। एक साध संगत करैक्टर तुसीं टीवी दे विच वेखदे हो, साडे बच्चे बड़ी बार उस दे बारे ना सुनते आ, देखते आ टीवी विच। उहदा नाम है बीरबल। अकबर ते बीरबल दीयां कहानियां बड़ियां मशहूर ने, ते बच्चियां नूं साध संगत उन्हां दे लैसन, उन्हां दीयां किताबां विच भी ये पढ़ाया जाता है। बीरबल नूं उत्थे बड़ा चंगा साध संगत उहदा करैक्टर जिहड़ा, उहदा स्टेटस जिहड़ा बड़ा चंगा दस्सिया गया। पर साध संगत तुसीं देखो इतिहास नूं पढ़ के, बीरबल जिहड़ा सी ना वो अकबर बादशाह दे दरबार का एक बहुत सूझवान ते सलाहकार मन्निया जाता सी। पर यह बीरबल जिथे अकबर बादशाह के दरबार का चंगा सलाहकार है, उत्थे गुरु नानक महाराज जी के दर घर का बहुत वड्डा विरोधी है। क्योंकि एक कट्टड़ हिंदू समाज के विचों सी। जिहड़े ब्राह्मण शिकायतां लैके जाते हैं ना, गुरु ग्रंथ साहिब महाराज पातशाह जी की पावन बीड़ लिखी जा रही है के खिलाफ, तो वो बीरबल के राही बादशाह के कोल शिकायत भेजा करते सन। तो बीरबल बड़ा वड्डा साध संगत विरोधी धिर का रोल निभा रहा गुरु ग्रंथ साहिब जी के खिलाफ, गुरु नानक पातशाह जी के दर घर के खिलाफ। वो इहो जी सोच वाला सी साध संगत। वो धमकियां दे के जाता गुरु अर्जन देव महाराज पातशाह जी ने। किसी मुहिम ते गया काबल आदि के इलाके में, तो जाता होया फौज लैके जो गया सी, तो कहता सी गुरु अर्जन देव साहब जो मैं वापस मुड़ांगा तो तुहाडी ये दुकानदारी मैं बंद कर दियांगा, तुहानू मैं जिउंदा नहीं छड्डांगा। जो जांदियां ये लभ जाके तो गुरु अर्जन देव महाराज पातशाह जी ने सहज सुभाए फिर बोल आखे सन कि वापस मुड़ेगा तो फिर वेखांगे। तो सचमुच ही साध संगत बीरबल वापस नहीं मुड़ सकिया। जिथे वो जंग लड़न गया सी,
ਕਿਸੇ ਦੀ ਵਿਰੋਧਤਾ ਬਾਦਸ਼ਾਹ ਦੇ ਵੱਲੋਂ ਇਹ ਭੇਜੀ ਹੋਈ ਸੈਨਾ ਲੈ ਕੇ ਗਿਆ ਦਬਾਉਣ ਵਾਸਤੇ ਵਿਰੋਧਤਾ ਨੂੰ, ਉੱਥੇ ਹੀ ਲੜਾਈ ਵਿੱਚ ਇਹਦੀ ਮੌਤ ਹੋ ਗਈ ਤੇ ਵਾਪਸ ਨਹੀਂ ਪਰਤ ਸਕਿਆ। ਪਰ ਇਹ ਸਾਧ ਸੰਗਤ ਕੋਸ਼ਿਸ਼ਾਂ ਕਰਦਾ ਰਿਹਾ ਸੀ ਜਦੋਂ ਤੱਕ ਜਿਉਂਦਾ, ਤੇ ਇਹਦੀਆਂ ਕੋਸ਼ਿਸ਼ਾਂ ਸਨ ਕਿ ਸੱਚ ਨੂੰ ਸਾਧ ਸੰਗਤ ਸਾਹਮਣੇ ਨਾ ਆਉਣ ਦਿੱਤਾ ਜਾਏ। ਸਿੱਖੀ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਘਰ ਤੋਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਸੱਚ ਦਾ ਪ੍ਰਚਾਰ ਕਰ ਰਹੇ ਨੇ, ਤੇ ਇਹ ਪ੍ਰਚਾਰ ਬੰਦ ਕਰਵਾਇਆ ਜਾਏ। ਤੇ ਸਾਧ ਸੰਗਤ ਇਹਦੇ ਨਾਲ ਨਕਸ਼ਬੰਦੀ ਲਹਿਰ ਦੇ ਆਗੂ, ਜਿਸ ਨੂੰ ਸ਼ੇਖ ਅਹਿਮਦ ਸਰਹੰਦੀ ਆਖਿਆ ਜਾਂਦਾ, ਇਹ ਵੀ ਇੱਕ ਕੱਟੜ ਮੁਸਲਮਾਨ ਫਿਰਕੇ ਨਾਲ ਸੰਬੰਧਿਤ ਸੀ, ਜਿਸ ਦਾ ਮਕਬਰਾ ਅੱਜ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਵੇਖਦੇ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜਿਹੜਾ ਮਕਬਰਾ, ਜਿੱਥੇ ਰੋਜ਼ਾ ਸ਼ਰੀਫ ਆਖਿਆ ਜਾਂਦਾ ਹੈ, ਲੋਕ ਮੁਸਲਮਾਨ ਉੱਥੇ ਸਾਧ ਸੰਗਤ ਰੋਜ਼ੇ ਦੇ ਦਿਨਾਂ ਦੇ ਵਿੱਚ ਆਉਂਦੇ ਨੇ, ਤੇ ਸਾਡੇ ਕਈ ਭੁੱਲੜ ਸਿੱਖ, ਮਾਫ ਕਰਿਓ, ਉਸ ਜਗ੍ਹਾ ਤੇ ਵੀ ਜਾਂਦੇ ਆ, ਤੇ ਉਹ ਬਹੁਤ ਉਸ ਜਗ੍ਹਾ ਦਾ ਸਤਿਕਾਰ ਵੀ ਕਰਦੇ। ਮੈਂ ਕਈ ਵਾਰ ਆਪਣੀ ਅੱਖੀਂ ਵੇਖਿਆ ਵੀ ਲੋਕ ਉੱਥੋਂ ਲੰਘਦੇ ਤੇ ਸਿਰ ਝੁਕਾ ਕੇ ਜਾਣਗੇ, ਕਿਉਂਕਿ ਇੱਕ ਡਰ ਜਿਹਾ ਪਾ ਦਿੱਤਾ। ਆ ਜਿਹੜੇ ਪੀਰਖਾਨੇ, ਜਿਹੜੀਆਂ ਪਿੰਡਾਂ ਦੇ ਵਿੱਚ ਸਾਧ ਸੰਗਤ, ਜਿੱਥੇ ਹਰੀਆਂ ਚਾਦਰਾਂ ਚੜਾਈਆਂ ਜਾਂਦੀਆਂ, ਜਿੱਥੇ ਚਿਰਾਗ ਬਲਦੇ ਆ ਬਹੁਤ ਜ਼ਿਆਦਾ, ਤੇ ਜਿੱਥੇ ਮੜੀਆਂ ਦੀ ਪੂਜਾ ਕਹਿ ਦੀ, ਮਰੇ ਹੋਇਆਂ ਦੀ ਪੂਜਾ, ਉਹ ਆਮ ਹਰ ਇੱਕ ਪਿੰਡ ਦੇ ਵਿੱਚ ਪੀਰਖਾਨੇ ਬਣ ਗਏ। ਤੇ ਇਹ ਸਾਡੇ ਮਨਾਂ ਦੇ ਵਿੱਚ ਇਹੋ ਜਿਹਾ ਡਰ ਬਣਾ ਦਿੱਤਾ ਇਹਨਾਂ ਲੋਕਾਂ ਨੇ, ਤੇ ਹਰ ਕੋਈ ਸਿੱਖ ਵੀ ਸਾਧ ਸੰਗਤ ਲੰਘਦਾ ਹੋਇਆ ਤੇ ਸਿਰ ਝੁਕਾ ਕੇ ਜਾਂਦਾ। ਪਰ ਸ਼ੇਖ ਅਹਿਮਦ ਸਰਹੰਦੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਕਿਉਂਕਿ ਇਤਿਹਾਸ ਬੜਾ ਜ਼ਰੂਰੀ ਹੈ, ਉਸ ਨੂੰ ਅਸੀਂ ਪੜ੍ਹੀਏ, ਸੋਚੀਏ, ਵਿਚਾਰੀਏ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਕਿਉਂ ਹੈ। ਜਿੱਥੇ ਪ੍ਰਿਥੀ ਚੰਦ ਬੜੇ ਚਿਰ ਤੋਂ ਵਿਰੋਧ ਕਰਦਾ, ਉੱਥੇ ਸਾਧ ਸੰਗਤ ਕੱਟੜਪੰਥੀ ਇਹ ਮੁਸਲਮਾਨ ਜਿਹੜਾ ਚਾਹੁੰਦਾ ਵੀ ਇੱਥੇ ਸਿਰਫ ਮੁਸਲਮਾਨ ਧਰਮ ਦਾ ਰਾਜ ਹੋਵੇ, ਤੇ ਦੂਜੇ ਸਾਰੇ ਧਰਮ ਜਿਹੜੇ ਨੇ ਉਹਨਾਂ ਨੂੰ ਇਹ ਕਾਫਰ ਆਖਦੇ, ਤੇ ਉਹਨਾਂ ਦਾ ਧਰਮ ਕਨਵਰਟ ਕਰਕੇ ਤੇ ਉਹਨਾਂ ਸਾਰਿਆਂ ਨੂੰ ਮੁਸਲਮਾਨ ਬਣਾ ਲਿਆ ਜਾਏ। ਇਹਨਾਂ ਵਿੱਚੋਂ ਇਹ ਨਕਸ਼ਬੰਦੀ ਲਹਿਰ ਦਾ ਆਗੂ ਸ਼ੇਖ ਅਹਿਮਦ ਸਰਹੰਦੀ ਇਹ ਆਗੂ ਸੀ, ਤੇ ਇਹਨੇ ਨਕਸ਼ਬੰਦੀ ਲਹਿਰ ਆਰੰਭ ਕੀਤੀ ਸੀ, ਜਿਹਦੇ ਅਨੁਸਾਰ ਵੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ। ਤੇ ਅਕਬਰ ਬਾਦਸ਼ਾਹ ਤੋਂ ਬਾਅਦ ਜਹਾਂਗੀਰ ਜਦੋਂ ਰਾਜ ਭਾਗ ਸਾਂਭਦਾ ਨਾ ਜੀ, ਤੇ ਇਸ ਨੂੰ ਰਾਜ ਸੰਭਾਲਣ ਦੇ ਵਿੱਚ ਇਹਨਾਂ ਲੋਕਾਂ ਦਾ ਬੜਾ ਵੱਡਾ ਹੱਥ ਸੀ। ਜਿੱਥੇ ਬੀਰਬਲ ਹੈ, ਜਿੱਥੇ ਸਾਧ ਸੰਗਤ ਇਹ ਸ਼ੇਖ ਅਹਿਮਦ ਸਰਹੰਦੀ ਹੈ, ਉੱਥੇ ਤੀਜਾ ਇੱਕ ਕਰੈਕਟਰ ਆਉਂਦਾ ਹੈ ਸ਼ੇਖ ਫਰੀਦ ਬੁਖਾਰੀ, ਜਿਹਨੂੰ ਮੁਰਤਜ਼ਾ ਖਾਨ ਆਖਦੇ। ਇਹ ਵੀ ਬੜਾ ਵੱਡਾ ਸਲਾਹਕਾਰ ਹੈ ਉਸ ਵਕਤ ਦੇ ਬਾਦਸ਼ਾਹ ਦਾ, ਵਜ਼ੀਰ ਵੀ ਆਖਿਆ ਜਾਂਦਾ। ਤੇ ਇਹ ਤਿੰਨੋਂ ਹੀ ਇਹ ਚਰਚਾ ਕਰਦੇ ਨੇ ਜਹਾਂਗੀਰ ਦੀ, ਵੀ ਜਹਾਂਗੀਰ ਬਾਦਸ਼ਾਹ ਵੀ ਤੇਰੇ ਵਰਗਾ ਬਾਦਸ਼ਾਹ ਦੀ ਦੁਨੀਆ ਵਿੱਚ ਹੋ ਸਕਦਾ, ਜੇਕਰ ਅਸੀਂ ਇੱਥੇ ਦੇਸ਼ ਵਿੱਚ ਆਪਣਾ ਰਾਜ ਕਾਇਮ ਕਰਨਾ ਤੇ ਇਹ ਤੇਰੇ ਰਾਹੀਂ ਹੋ ਸਕਦਾ। ਜੇ ਸਿਰਫ ਮੁਸਲਮਾਨ ਧਰਮ ਹੀ ਇੱਥੇ ਬਚਾਉਣਾ ਹੈ, ਅਸੀਂ ਬਣਾਉਣਾ ਹੈ, ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ, ਤੇ ਇਹ ਤੂੰ ਕਰ ਸਕਦਾ। ਭਾਵ ਕਿ ਇਸ ਤਰੀਕੇ ਦੇ ਨਾਲ ਇਹਦੀ ਵਡਿਆਈ ਕੀਤੀ। ਤੇ ਜਦੋਂ ਇਹ ਰਾਜ ਭਾਗ ਸਾਂਭਦਾ ਹੈ, ਤੇ ਸਭ ਤੋਂ ਪਹਿਲਾਂ ਆਪਣੀ ਇੱਕ ਪੁਸਤਕ ਦੇ ਵਿੱਚ ਇਹਨੇ ਜ਼ਿਕਰ ਵੀ ਕੀਤਾ ਹੈ ਕਿ ਮੈਂ ਸ਼੍ਰੀ ਅਰਜਨ ਦੇਵ ਸਾਹਿਬ ਜੋ ਝੂਠ ਦੀ ਦੁਕਾਨ ਬਿਆਸਾ ਦੇ ਕੰਢੇ ਤੇ ਚਲਾ ਰਹੇ ਨੇ, ਇਹਦੇ ਬੋਲ ਨੇ। ਕਹਿੰਦਾ ਇੱਕ ਅਰਜਨ ਨਾਮ ਦਾ ਫਕੀਰ ਹੈ ਜਿਹੜਾ ਝੂਠ ਦੀ ਦੁਕਾਨ ਬਿਆਸਾ ਦਰਿਆ ਦੇ ਕੰਢੇ ਤੇ ਚਲਾਉਂਦਾ ਪਿਆ, ਤੇ ਮੈਂ ਬੜੇ ਚਿਰ ਦੀ ਕੋਸ਼ਿਸ਼ ਕਰ ਰਿਹਾ ਵੀ ਇਸ ਝੂਠ ਦੀ ਦੁਕਾਨ ਨੂੰ ਕਿਵੇਂ ਖਤਮ ਕੀਤਾ ਜਾਏ। ਦੇਖੋ, ਜਿੱਥੇ ਸੱਚ ਤੇ ਸੱਚ ਦਾ ਪ੍ਰਚਾਰ ਹੁੰਦਾ ਇਹਨੂੰ ਇਹ ਲੋਕ ਝੂਠ ਆਖਦੇ ਆ, ਤੇ ਜੋ ਆਪ ਝੂਠੇ ਨੇ ਤੇ ਆਪਣੇ ਆਪ ਨੂੰ ਇਹ ਸੱਚੇ ਮੁਸਲਮਾਨ ਕਹਾਉਂਦੇ ਪਏ ਆ, ਸੱਚੇ ਧਰਮੀ ਖਵਾਉਂਦੇ ਆ। ਸੋ ਸਾਧ ਸੰਗਤ ਇਹਨਾਂ ਲੋਕਾਂ ਦੀ ਵੀ ਕੋਸ਼ਿਸ਼ ਰਲ ਮਿਲ ਕੇ ਇਸ ਨੂੰ ਰਾਜ ਭਾਗ ਸੰਭਾਲਣਾ, ਇਸ ਨੂੰ ਰਾਜ ਗੱਦੀ ਦਿਵਾਉਣੀ, ਤੇ ਇਹਦੇ ਰਾਹੀਂ ਸਾਧ ਸੰਗਤ ਸਿੱਖ ਪੰਥ ਨੂੰ ਖਤਮ ਕਰਨਾ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਖਤਮ ਕਰਨ ਦੀਆਂ ਇਹ ਸਾਜ਼ਿਸ਼ਾਂ ਸ਼ੁਰੂ ਹੋ ਜਾਂਦੀਆਂ। ਤੇ ਇਸ ਵਿੱਚ ਕਾਰਨ ਬਣਾਏ ਗਏ, ਇਹਨਾਂ ਨੇ ਆ ਕੇ ਸ਼ਿਕਾਇਤਾਂ ਕਰਿਆ ਕਰਨੀਆਂ। ਜੇ ਸਾਈਂ ਮੀਆਂ ਮੀਰ ਜੀ ਵਰਗੇ ਗੁਰੂ ਚਰਨਾਂ ਵਿੱਚ ਜੁੜ ਗਏ, ਇਹ ਡਰ ਗਏ ਕਿ ਸਾਡੇ ਵੱਡੇ ਵੱਡੇ ਫਕੀਰ ਜਿਹੜੇ ਧਰਮੀ ਲੋਕ, ਉਹ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੇ ਜਾ ਕੇ ਝੁਕਦੇ ਆ। ਤੇ ਸਾਧ ਸੰਗਤ ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਗਮਈ ਦੇ ਇਲਾਕੇ ਦੇ
ਪਿੰਡ ਦੇ ਇੱਕ ਭਾਈ ਤੀਰਥਾ ਜੀ, ਜਿਹਦਾ ਨਾਮ ਇਤਿਹਾਸ ਵਿੱਚ ਭਾਈ ਮੰਝ ਆਉਂਦਾ ਹੈ। ਇਹ ਉਸ ਇਲਾਕੇ ਦੇ ਸਖੀ ਸਰਵਰੀਆਂ ਦੇ ਪ੍ਰਚਾਰਕ ਸਨ। ਸਖੀ ਸਰਵਰੀਏ ਕੌਣ ਨੇ? ਸਖੀ ਸਰਵਰੀਏ ਜਿਨ੍ਹਾਂ ਦੀਆਂ ਸਾਧ ਸੰਗਤ ਦੇ ਕਬਰਾਂ ਅੱਜ ਪਿੰਡਾਂ ਪਿੰਡਾਂ ਵਿੱਚ ਬਣੀਆਂ, ਜਿਸ ਨੂੰ ਲੱਖ ਦਾਤਾ, ਲਾਲਾਂ ਵਾਲਾ, ਨਿਗਾਹੇ ਵਾਲਾ ਤੇ ਪਤਾ ਨਹੀਂ ਕਿਹੜੇ ਕਿਹੜੇ ਨਾਮ ਸਾਡੇ ਸਿੱਖਾਂ ਨੇ, ਸਾਡੇ ਲੋਕਾਂ ਨੇ ਦਿੱਤੇ ਹੋਏ ਆ। ਤੇ ਤੁਸੀਂ ਇਤਿਹਾਸ ਪੜ੍ਹ ਲਿਓ, ਇਹਦੇ ਵਿੱਚ ਕੋਈ ਰੱਤਾ ਭਰ ਝੂਠ ਨਹੀਂ। ਸਾਧ ਸੰਗਤ, ਜਿਹੜਾ ਇਹ ਨਿਗਾਹੇ ਵਾਲਾ ਜਾਂ ਜਿਹਨੂੰ ਲਾਲਾਂ ਵਾਲਾ ਤੇ ਜਾਂ ਜਿਹਨੂੰ ਲੱਖਾਂ ਦਾ ਦਾਤਾ ਆਖਿਆ ਜਾਂਦਾ, ਇਹ ਪੰਜਾਬ ਦੀ ਧਰਤੀ ਤੇ ਅੱਜ ਤੱਕ ਆਇਆ ਵੀ ਨਹੀਂ। ਨਗਾਹਾ ਇਹ ਜ਼ਿਲ੍ਹਾ ਸਾਧ ਸੰਗਤ ਗਾਜੀ ਖਾਂ ਪਾਕਿਸਤਾਨ ਵਿੱਚ, ਉੱਥੇ ਇਹਦੀ ਮੌਤ ਹੋਈ ਸੀ। ਸਾਧ ਸੰਗਤ ਇਹ ਮੁਹੰਮਦ ਸਾਹਿਬ ਦੀ ਵੰਸ਼ ਦੇ ਵਿੱਚੋਂ ਇਹਨੂੰ ਮੰਨਿਆ ਜਾਂਦਾ ਹੈ ਤੇ ਕਿਸੇ ਲੜਕੀ ਨੂੰ ਭਜਾ ਕੇ ਲੈ ਕੇ ਆਇਆ ਤੇ ਇੱਥੇ ਉਹ ਲੜਕੀ ਦੇ ਪਰਿਵਾਰ ਵਾਲਿਆਂ, ਉਹਨਾਂ ਦੇ ਭਰਾਵਾਂ ਨੇ ਇੱਥੇ ਆ ਕੇ ਇਹਨੂੰ ਮਾਰਿਆ ਸੀ। ਡੇਰਾ ਗਾਜੀ ਖਾਂ ਨਗਾਹੇ ਦੀ ਧਰਤੀ ਤੇ ਸਾਧ ਸੰਗਤ ਉਹਨਾਂ ਲੋਕਾਂ ਨੇ ਇਸ ਬੰਦੇ ਦੀ ਪੂਜਾ ਸ਼ੁਰੂ ਕਰ ਦਿੱਤੀ, ਤਾਂ ਕਿਉਂਕਿ ਇਹ ਮੁਹੰਮਦ ਸਾਹਿਬ ਦੀ ਕੁੱਲ ਵਿੱਚੋਂ ਮੰਨਿਆ ਜਾਂਦਾ ਸੀ। ਤੇ ਸਾਧ ਸੰਗਤ ਸਾਡੇ ਲੋਕ ਉਸੇ ਬੰਦੇ ਦੀ ਪੂਜਾ ਅੱਜ ਚਾਦਰਾਂ ਵੀ ਚੜਾਉਂਦੇ, ਲੋਕ ਜਾ ਕੇ ਹਰੀਆਂ ਚਾਦਰਾਂ, ਚਿਰਾਗ ਵੀ ਬਾਲਦੇ, ਵੀਰਵਾਰ ਵਾਲੇ ਦਿਨ ਖੀਰਾਂ ਦੇ ਦੁੱਧ ਵੀ ਚੜ੍ਹਦੇ ਉੱਥੇ ਜਾ ਕੇ। ਇਹਨਾਂ ਨੂੰ ਕਿਹਾ ਜਾਂਦਾ ਸਖੀ ਸਰਵਰੀਏ। ਇਹਨਾਂ ਦੀਆਂ ਕਬਰਾਂ ਉਦੋਂ ਘਰ ਘਰ ਵਿੱਚ ਬਣੀਆਂ ਹੋਈਆਂ ਸਨ। ਤੇ ਸਾਧ ਸੰਗਤ ਤੇ ਭਾਈ ਮੰਝ, ਇਹ ਜਿਹੜੇ ਕੰਗਮਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ, ਇਹ ਸਖੀ ਸਰਵਰੀਆਂ ਦੇ ਬੜੇ ਵੱਡੇ ਪ੍ਰਚਾਰਕ ਸਨ। ਇਹ ਉਸ ਇਲਾਕੇ ਵਿੱਚ ਪ੍ਰਚਾਰ ਕਰਦੇ ਸਨ ਸਖੀ ਸਰਵਰੀਆਂ ਨੂੰ। ਤੇ ਹਰ ਸਾਲ ਉੱਥੋਂ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਨਾ ਤੇ ਸਾਧ ਸੰਗਤ ਇਹ ਲੈ ਕੇ ਜਾਂਦੇ ਸਨ ਸ਼ੇਖ ਫਤਿਹ ਦੀ ਦਰਗਾਹ ਤੇ, ਜਿੱਥੇ ਅੱਜ ਸਾਡੇ ਸਿੱਖ ਵੀ ਜਾਂਦੇ ਆ। ਇਹਦੇ ਵਿੱਚ ਕੋਈ ਸਾਧ ਸੰਗਤ ਅਤਕਥਨੀ ਨਹੀਂ। ਬੜਾ ਵੱਡਾ ਦੁਖਾਂਤ ਹੈ ਸਾਡਾ। ਮੈਂ ਵਾਰ-ਵਾਰ ਇਹ ਬੇਨਤੀ ਕਰਾਂ ਵੀ ਸ਼ੇਖ ਫਤਿਹ ਦੀ ਦਰਗਾਹ ਤੇ ਅੱਜ ਵੀ ਖੀਰਾਂ ਚੜਾਉਣ ਵਾਲੇ ਸਾਡੇ ਭੁੱਲੜ ਸਿੱਖ ਬਹੁਤ। ਨਵੀਂ ਨਵੇਰੀ ਮੱਝ ਸੂਵੇ, ਕਹਿੰਦੇ ਜੀ ਉੱਥੇ ਖੀਰ ਚੜਾ ਕੇ ਆਈਏ ਤੇ ਦੁੱਧ ਵਿੱਚ ਵਾਧਾ ਹੋਵੇਗਾ। ਪਰ ਸਾਧ ਸੰਗਤ ਡੈਨਮਾਰਕ ਦੀਆਂ ਗਾਵਾਂ, ਤੁਸੀਂ ਆ YouTube ਤੇ ਸਰਚ ਕਰਕੇ ਵੇਖ ਲਿਓ, ਉਹ ਸਭ ਤੋਂ ਵੱਧ ਉਹ ਗਊਆਂ ਦੁੱਧ ਦਿੰਦੀਆਂ। ਕਿ ਉਹ ਸ਼ੇਖ ਫਤਿਹ ਦੇ ਦੁੱਧ ਚੜਾ ਕੇ ਜਾਂਦੇ ਆ? ਭਾਗ ਵੀ ਇਹੋ ਜਿਹਾ ਕੁਝ ਨਹੀਂ ਕਰਦੇ। ਉਹ ਉਹਨਾਂ ਨੂੰ ਸਾਂਭਦੇ ਆ, ਪਾਲਦੇ ਆ। ਤੇ ਸਾਧ ਸੰਗਤ ਇਹ ਸਾਡੀ ਮਨੌਤ ਬਣ ਗਈ ਵੀ ਸ਼ਾਇਦ ਇਸ ਚੀਜ਼ ਨਾਲ ਸਾਡੇ ਘਰ ਦੇ ਵਿੱਚ ਬਰਕਤ ਪਏਗੀ, ਵਾਧਾ ਹੋਵੇਗਾ ਤੇ ਭੁੱਲੜ ਲੋਕ ਇਹੋ ਜਿਹਾ ਕੰਮ ਕਰਨ ਲੱਗ ਪਏ। ਤੇ ਸ਼ੇਖ ਫਤਿਹ ਦੀ ਦਰਗਾਹ ਤੇ ਇਹ ਭਾਈ ਮੰਝ ਜਾਇਆ ਕਰਦਾ। ਇਹ ਸਾਧ ਸੰਗਤ ਤੇ ਤੁਸੀਂ ਉਸ ਵਕਤ ਨੂੰ ਵੇਖ ਲਿਓ ਕਦੀ ਇਤਿਹਾਸ ਵਿੱਚ ਪੜ੍ਹ ਕੇ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਿੱਥੇ ਨਗਰ ਖੇਮਕਰਨ ਸਾਹਿਬ ਵਸਾਇਆ ਤੇ ਨਾਲ ਹੀ ਉਹ ਰੋਡ ਦੇ ਉੱਪਰ ਜਿੱਥੋਂ ਇਹ ਲੋਕ ਲੰਘ ਕੇ ਜਾਂਦੇ ਤੇ ਤਰਨ ਤਾਰਨ ਸਾਹਿਬ ਨਗਰ ਵਸਾਇਆ ਸੀ, ਸਿੱਖੀ ਦਾ ਪ੍ਰਚਾਰਕ ਕੇਂਦਰ ਉਸ ਵਕਤ ਦਾ। ਇਹ ਵਸਾਉਣ ਦਾ ਕਾਰਨ ਹੀ ਸੀ ਵੀ ਇਹਨਾਂ ਲੋਕਾਂ ਨੂੰ ਸਮਝਾਇਆ ਜਾਏ, ਇਹਨਾਂ ਨੂੰ ਦੱਸਿਆ ਜਾਵੇ ਵੀ ਉੱਥੇ ਜਾਣ ਦਾ ਕੋਈ ਲਾਭ ਨਹੀਂ ਹੈ। ਤੁਸੀਂ ਪੂਜਾ ਅਕਾਲ ਕੀ ਕਰੋ, ਪ੍ਰਮਾਤਮਾ ਨੂੰ ਧਿਆਓ, ਕਿਸੇ ਕਬਰ ਕਿਸੇ ਸਮਾਧ ਨੂੰ ਧਿਆਉਣ ਦੀ ਲੋੜ ਨਹੀਂ। ਸਾਧ ਸੰਗਤ ਉਸ ਵਕਤ ਨਾ ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਉਹਨਾਂ ਸਮਿਆਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨੇ ਤੇ ਭਾਈ ਮੰਝ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਤੇ ਸ਼ੇਖ ਫਤਿਹ ਸਖੀ ਸਰਵਰੀਆਂ ਦੇ ਗਿਆ। ਰਾਤ ਨੂੰ ਜਦੋਂ ਵਾਪਸ ਆਇਆ ਦੇਰ ਹੋ ਗਈ। ਰਾਤ ਰਹਿਣ ਦਾ ਟਿਕਾਣਾ ਵੇਖਦਿਆਂ ਤੇ ਅੰਮ੍ਰਿਤਸਰ ਸਾਹਿਬ ਸ਼ਹਿਰ ਇਹ ਪਹੁੰਚ ਗਏ ਨੇ। ਉੱਥੋਂ ਲੰਘਦਿਆਂ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ, ਗੁਰੂ ਘਰ ਦੀ ਵਡਿਆਈ ਇਸ ਨੇ ਸੁਣੀ। ਗੁਰੂ ਕੀ ਬਾਣੀ ਦੇ ਬੋਲ ਇਹਦੇ ਕੰਨਾਂ ਦੇ ਵਿੱਚ ਪਏ। ਮਨ ਦੇ ਵਿੱਚ ਆਇਆ ਵੀ ਚਲੋ ਇੱਥੋਂ ਦੇ ਜੋ ਗੁਰਤਾ ਗੱਦੀ ਤੇ ਸਭਾਏਮਾਨ ਗੁਰੂ ਨੇ, ਉਹਨਾਂ ਦੇ ਇੱਕ ਵਾਰ ਮੈਂ ਦਰਸ਼ਨ ਕਰਕੇ ਜਾਵਾਂ, ਉਹਨਾਂ ਨੂੰ ਮਿਲ ਕੇ ਜਾਵਾਂ। ਤੇ ਸਾਧ ਸੰਗਤ ਭਾਈ ਮੰਝ ਜਦੋਂ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਕਿਸੇ ਸਿੱਖ ਨੂੰ, ਕਿਸੇ ਸੇਵਾਦਾਰ ਨੂੰ ਜਾ ਕੇ ਪੁੱਛਦਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਭਾਵ ਇੱਥੋਂ ਦੇ ਜੋ ਗੁਰੂ ਹਨ ਉਹ ਕੌਣ ਨੇ ਤੇ ਉਹਨਾਂ ਨਾਲ ਮੈਨੂੰ ਮਿਲਾ ਦਿਓ। ਸਿੱਖ ਕਹਿਣ ਲੱਗਾ, ਕਹਿੰਦਾ ਜੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ, ਪੰਜਵੇਂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ। ਤੇ ਇਸ ਭਾਈ ਮੰਝ ਨੇ ਆਖਿਆ ਵੀ ਕਿੱਥੇ ਨੇ, ਮੈਂ ਮਿਲਣਾ ਚਾਹੁੰਦਾ।
ਤੇ ਉਸ ਸਿੱਖ ਨੇ ਜਦੋਂ ਇਸ਼ਾਰਾ ਕੀਤਾ ਤੇ ਸਾਧ ਸੰਗਤ ਇਸ਼ਾਰਾ ਕਿਸ ਵੱਲ ਸੀ ਕਿ ਸਾਹਮਣੇ ਸੰਗਤਾਂ ਆਰਾਮ ਕਰਦੀਆਂ, ਕਿਉਂਕਿ ਰਾਤ ਦਾ ਸਮਾਂ ਸੰਗਤ ਲੇਟੀ ਹੋਈ ਹੈ। ਕਿਤੇ ਕਾਬਲ ਕੰਧਾਰ ਦੂਰ ਦੁਰਾਡੇ ਸੰਗਤਾਂ ਤੁਰ ਕੇ ਆਇਆ ਕਰਦੀਆਂ ਸਨ ਦਰਸ਼ਨ ਕਰਨ। ਥੱਕੀਆਂ ਟੁੱਟੀਆਂ ਸੰਗਤਾਂ ਦੇ ਪੈਰ ਚਰਨ ਘੁੱਟ ਰਹੇ। ਉਹਨਾਂ ਸੰਗਤਾਂ ਸੁੱਤੀਆਂ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਹੇ। ਤੇ ਉਹ ਕੌਣ ਸਨ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਆਪਣਾ ਮੁਖੜਾ ਛੁਪਾਇਆ ਹੋਇਆ ਕਿ ਕਿਸੇ ਨੂੰ ਪਤਾ ਨਾ ਲੱਗੇ, ਤੇ ਪੱਖਾ ਝੱਲਣ ਦੀ ਸੇਵਾ ਕਰ ਰਹੇ, ਹਵਾ ਝੱਲ ਰਹੇ ਨੇ ਸਤਿਗੁਰੂ ਸਾਹਿਬ ਮਹਾਰਾਜ। ਤੇ ਭਾਈ ਮੰਝ ਨੇ ਜਦੋਂ ਵੇਖਿਆ ਨਾ ਨੇੜੇ ਹੋ ਕੇ, ਤੇ ਇਹ ਨੇ ਗੁਰੂ ਸਾਹਿਬ ਜਿਹੜੇ ਸੰਗਤ ਦੀ ਸੇਵਾ ਕਰ ਰਹੇ, ਸੰਗਤ ਦੇ ਚਰਨ ਘੁੱਟ ਰਹੇ, ਸੰਗਤਾਂ ਦੇ ਜੋੜੇ ਝਾੜਦੇ ਪਏ। ਅੱਜ ਦੇ ਸਮੇਂ ਦੇ ਵਿੱਚ ਵੀ ਵੇਖ ਲਿਓ ਸਾਧ ਸੰਗਤ, ਕਿਸੇ ਨੂੰ ਥੋੜੀ ਵਡਿਆਈ ਮਿਲ ਜੇ, ਹੈ ਕੋਈ ਐਸਾ ਜਿਹੜਾ ਸੰਗਤ ਦੇ ਕੋਈ ਪੈਰ ਘੁੱਟਣ ਤੱਕ, ਸੰਗਤ ਨੂੰ ਹਵਾ ਪਾਉਣ ਦੀ ਸੇਵਾ ਤੱਕ, ਇੱਥੋਂ ਤੱਕ ਕੋਈ ਸੇਵਾ ਵੀ ਨਿਭਾਏ? ਇਹ ਵਡਿਆਈ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਹੈ ਸਾਧ ਸੰਗਤ। ਜੋ ਗੁਰੂ ਮਹਾਰਾਜ ਨੇ ਬਾਣੀ ਵਿੱਚ ਕਿਹਾ, ਉਸ ਨੂੰ ਫਿਜ਼ੀਕਲੀ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਨੇ ਹੰਢਾਇਆ ਵੀ ਹੈ, ਕਮਾਇਆ ਵੀ ਹੈ। ਤੇ ਸਾਧ ਸੰਗਤ ਭਾਈ ਮੰਝ ਜਾਂਦਾ ਹੈ, ਤੇ ਜਾਂਦਿਆਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਇਹ ਸੇਵਾ ਵੇਖ ਕੇ, ਉਹਨਾਂ ਦੀ ਸ਼ਖਸੀਅਤ ਵੇਖ ਕੇ, ਤੇ ਸਾਧ ਸੰਗਤ ਪ੍ਰਭਾਵਿਤ ਹੁੰਦਾ, ਹੱਥ ਜੋੜ ਕੇ ਆਖਦਾ, ਗੁਰੂ ਮਹਾਰਾਜ ਕਿਰਪਾ ਕਰ ਦਿਓ, ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਭਾਈ ਮੰਝ, ਤੈਨੂੰ ਪਤਾ ਵੀ ਇਹ ਸਿੱਖੀ ਦੀ ਘਾਟੀ ਬੜੀ ਔਖੀ ਹੈ, ਇਹ ਮਾਰਗ ਬੜਾ ਔਖਾ ਹੈ, ਬੜੀਆਂ ਮੁਸ਼ਕਲਾਂ ਵੀ ਆਉਣਗੀਆਂ, ਬੜੇ ਦੁੱਖ ਵੀ ਆਉਣਗੇ, ਪਰ ਭਾਈ ਮੰਝ ਕਹਿੰਦਾ ਸਤਿਗੁਰੂ ਮਹਾਰਾਜ ਮੈਂ ਸਹਾਰ ਲਵਾਂਗਾ ਸਭ ਕੁਝ, ਬਸ ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਉਹਦੀ ਐਸੀ ਭਾਵਨਾ ਵੇਖਦੇ ਤੇ ਕਹਿ ਦਿੰਦੇ, ਕਹਿੰਦੇ ਭਾਈ ਮੰਝ ਇਸ ਤਰ੍ਹਾਂ ਕਰ, ਫਿਰ ਸਿੱਖੀ ਉੱਪਰ ਸਿੱਖੀ ਨਹੀਂ ਟਿਕ ਸਕਦੀ, ਪਹਿਲਾਂ ਜਾ ਕੇ ਆਪਣੇ ਘਰੋਂ ਉਹ ਕਬਰਾਂ ਢਾ ਦੇ, ਫੇਰ ਸਾਡੇ ਕੋਲ ਆਵੇਂ, ਫਿਰ ਤੈਨੂੰ ਸਿੱਖੀ ਦੀ ਦਾਤ ਬਖਸ਼ਾਂਗੇ। ਉਦੋਂ ਤੱਕ ਨਾ ਆਵੇਂ ਜਦੋਂ ਤੱਕ ਅਸੀਂ ਤੈਨੂੰ ਸੁਨੇਹਾ ਨਹੀਂ ਭੇਜਦੇ। ਗੁਰੂ ਸਾਹਿਬ ਨੇ ਇਹ ਵੀ ਬਚਨ ਕਹਿ ਦਿੱਤੇ। ਭਾਈ ਮੰਝ ਘਰ ਜਾਂਦਾ ਹੈ, ਜਾਂਦਿਆਂ ਕਬਰਾਂ ਢਾਉਂਦਾ। ਸਾਧ ਸੰਗਤ ਇਲਾਕੇ ਦਾ ਚੌਧਰੀ ਵੀ ਸੀ ਭਾਈ ਮੰਝ, ਲੋਕ ਚੌਧਰਪੁਣਾ ਵੀ ਖੋਹ ਲੈਂਦੇ। ਸਮਾਂ ਬੀਤਦਾ ਹੈ ਤੇ ਘਰ ਦੇ ਪਸ਼ੂ ਡੰਗਰ ਜਿਹੜੇ ਉਹ ਵੀ ਮਰ ਜਾਂਦੇ ਆ। ਲੋਕ ਕਹਿੰਦੇ ਵੀ ਕਰੋਪੀ ਹੋਈ ਹੈ ਪੀਰਾਂ ਦੀ, ਤੂੰ ਇਸ ਤਰ੍ਹਾਂ ਨਹੀਂ ਸੀ ਕਰਨਾ, ਪਰ ਉਹਦਾ ਭਰੋਸਾ ਬੜਾ, ਵਿਸ਼ਵਾਸ ਬੜਾ ਸੀ ਗੁਰੂ ਸਾਹਿਬ ਪ੍ਰਤੀ। ਇਹ ਸਾਰੇ ਦੁੱਖ ਸਹਾਰਦਾ ਤੇ ਇਹੋ ਜਿਹੀ ਹਾਲਤ ਘਰ ਦੀ, ਘਰ ਵੀ ਵਿਕ ਜਾਂਦਾ। ਗਰੀਬੀ ਵਿੱਚ ਸਾਧ ਸੰਗਤ ਘਾਹ ਖੋਤਰ ਕੇ, ਘਾਹ ਵੇਚ ਕੇ ਗੁਜ਼ਾਰਾ ਕਰਨ ਲੱਗ ਜਾਂਦਾ ਭਾਈ ਮੰਝ। ਤੇ ਚਿੱਠੀ ਆਉਂਦੀ ਹੈ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੋਂ, ਇੱਕ ਸਿੱਖ ਚਿੱਠੀ ਲੈ ਕੇ ਆਉਂਦਾ। ਤੇ ਇਹ ਚਿੱਠੀ ਭਾਈ ਮੰਝ ਦੇ ਜਦੋਂ ਘਰ ਪਹੁੰਚਦੀ ਹੈ ਨਾ, ਤੇ ਭਾਈ ਮੰਝ ਨੂੰ ਕਿਹਾ ਜਾਂਦਾ ਵੀ ਭਾਈ ਮੰਝ ਪਹਿਲਾਂ 20 ਰੁਪਏ ਦੇ, ਫੇਰ ਤੈਨੂੰ ਗੁਰੂ ਸਾਹਿਬ ਮਹਾਰਾਜ ਜੀ ਦਾ ਇਹ ਸੁਨੇਹਾ ਪੜ੍ਹਨ ਵਾਸਤੇ ਮਿਲੇਗਾ, ਗੁਰੂ ਦਾ ਹੁਕਮ ਹੈ। ਕਿਤੇ ਨਾ ਕਿਤੇ ਮਿਹਨਤ ਕਰਕੇ 20 ਟਕਿਆਂ ਦਾ ਜਾਂ 20 ਦਮੜਿਆਂ ਦਾ ਪ੍ਰਬੰਧ ਸਾਧ ਸੰਗਤ ਭਾਈ ਮੰਝ ਕਰਦਾ ਹੈ। ਚਿੱਠੀ ਵਿੱਚ ਕੀ ਲਿਖਿਆ? ਭਾਈ ਮੰਝ ਤੈਨੂੰ 7 ਕਰਤਾਰ ਚੇਤੇ ਆਵੇ, ਤੇਰਾ ਭਰੋਸਾ ਉਸ ਪਰਮਾਤਮਾ ਦੇ ਪ੍ਰਤੀ ਬਣਿਆ ਰਹੇ। ਮੱਥੇ ਨੂੰ ਉਹ ਚਿੱਠੀ ਲਾਈ, ਹੋਰ ਭਰੋਸਾ ਰੱਖ ਕੇ ਮਨ ਵਿੱਚ ਵਿਸ਼ਵਾਸ ਪੱਕਾ ਕਰਕੇ ਅਗਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦਾ। ਕੁਝ ਮਹੀਨੇ ਫਿਰ ਬਤੀਤ ਹੁੰਦੇ। ਸਾਧ ਸੰਗਤ ਗਰੀਬੀ ਬੜੀ ਸੀ ਘਰ ਵਿੱਚ, ਘਰ ਦਾ ਸਾਰਾ ਧਨ ਦੌਲਤ ਵਿਕ ਜਾਂਦਾ, ਘਰ ਵੀ ਵਿਕ ਗਿਆ, ਗਰੀਬੀ ਬਹੁਤ ਹੈ। ਤੇ ਦੂਜੀ ਵਾਰ ਫਿਰ ਚਿੱਠੀ ਆਉਂਦੀ ਤੇ ਉਸੇ ਤਰ੍ਹਾਂ ਹੀ ਹੁਕਮ ਵੀ 20 ਰੁਪਏ ਲੈ ਕੇ, 20 ਦਮੜੇ ਲੈ ਕੇ ਚਿੱਠੀ ਦੇਣੀ ਹੈ। ਭਾਈ ਮੰਝ ਨੇ ਕਈ ਦਿਨਾਂ ਦੇ ਬਾਅਦ ਪ੍ਰਬੰਧ ਕੀਤਾ 20 ਦਮੜਿਆਂ ਦਾ, ਚਿੱਠੀ ਲਈ ਤੇ ਮਸਤਕ ਨੂੰ ਸੁਹਾਈ। ਤੇ ਇਸ ਵਿੱਚ ਲਿਖਿਆ ਸੀ, ਭਾਈ ਮੰਝ ਗੁਰੂ ਦਾ ਸੱਦਾ ਹੈ ਤੇ ਤੂੰ ਅੰਮ੍ਰਿਤਸਰ ਸਾਹਿਬ ਆ ਜਾ। ਭਾਈ ਮੰਝ ਅੰਮ੍ਰਿਤਸਰ ਸਾਹਿਬ ਪੁੱਜਦਾ। ਇੱਥੇ ਆ ਕੇ ਗੁਰੂ ਚਰਨਾਂ ਵਿੱਚੋਂ ਸੇਵਾ ਮਿਲਦੀ ਹੈ ਕਿ ਲੰਗਰਾਂ ਦੀ ਸੇਵਾ ਕਰ। ਲੰਗਰ ਦੀ ਜੂਠੇ ਬਰਤਨਾਂ ਦੀ ਸੇਵਾ ਕਰਦਿਆਂ ਕਰਦਿਆਂ ਤੇ ਲੱਕੜਾਂ ਲਿਆਉਣ ਦੀ ਸੇਵਾ ਕਰਨ ਲੱਗ ਜਾਂਦਾ ਭਾਈ ਮੰਝ। ਤੇ ਸਾਧ ਸੰਗਤ ਇੱਕ ਦਿਨ ਐਸਾ ਆਉਂਦਾ, ਕਈ ਮਹੀਨੇ ਸੇਵਾ ਵਿੱਚ ਬਤੀਤ ਹੋਏ, ਕਿ ਜਦੋਂ ਭਾਈ ਮੰਝ ਲੱਕੜਾਂ ਲੈ ਕੇ ਤੇ ਵਾਪਸ ਆ ਰਿਹਾ ਲੰਗਰਾਂ ਦੇ ਵੱਲ, ਤੇ ਹਨੇਰੀ ਝੱਖੜ ਬਹੁਤ ਆਉਂਦਾ। ਉਸ ਝੱਖੜ ਦੇ ਵਿੱਚ, ਹਨੇਰ ਦੇ ਵਿੱਚ, ਤੇ ਭਾਈ ਮੰਝ ਇੱਕ ਖੂਹ ਦੇ ਵਿੱਚ ਜਾ ਡਿੱਗਦਾ। ਜਦੋਂ ਖੂਹ ਵਿੱਚ ਡਿੱਗਿਆ, ਪਾਣੀ ਥੋੜਾ ਸੀ, ਲੱਕੜਾਂ ਸੀਸ ਦੇ ਉੱਪਰ ਨੇ, ਸਿਰ ਦੇ ਉੱਪਰ ਨੇ,
ਤੇ ਖੂਹ ਵਿੱਚ ਖੜਿਆ ਹੀ ਗੁਰੂ ਗੁਰੂ ਜਪਦਾ। ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਕੋਈ ਸੁਨੇਹਾ ਦੇ ਕੇ ਜਾਂਦਾ, ਪਾਤਸ਼ਾਹ ਵੀ ਤੁਹਾਡਾ ਉਹ ਲੱਕੜਾਂ ਲਿਆਉਣ ਵਾਲਾ ਸਿੱਖ ਖੂਹ ਦੇ ਵਿੱਚ ਡਿੱਗਿਆ, ਖੂਹ ਵਿੱਚੋਂ ਆਵਾਜ਼ਾਂ ਆ ਰਹੀਆਂ ਤੇ ਪਾਤਸ਼ਾਹ ਜੀ ਜਾ ਕੇ ਉਸ ਨੂੰ ਕੱਢ ਲਓ। ਤੇ ਇਤਿਹਾਸ ਸਾਧ ਸੰਗਤ ਇਸ ਗੱਲ ਦੀ ਗਵਾਹੀ ਭਰਦਾ ਵੀ ਅੱਜ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਹ ਖਬਰ ਸੁਣਦੇ ਨੇ ਤੇ ਆਪਣੇ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ ਪਾਉਂਦੇ, ਦੌੜ ਪੈਂਦੇ ਨੇ ਉਸ ਜੰਗਲ ਦੇ ਵੱਲ। ਜਿਵੇਂ ਅੱਜ ਇਮਤਿਹਾਨ ਦੇ ਵਿੱਚੋਂ ਸਾਧ ਸੰਗਤ ਸਫਲ ਹੋ ਕੇ ਤੇ ਅੱਜ ਉਸ ਭਾਈ ਮੰਝ ਨੂੰ ਨੰਬਰ ਦੇਣੇ ਸਨ ਵੀ ਤੇਰੀ ਪੋਜੀਸ਼ਨ ਕੀ ਹੈ। ਅੱਜ ਉਹਦੀ ਸੇਵਾ, ਉਹਦੀ ਘਾਲਣਾ ਦਾ ਫਲ ਮਿਲਣਾ ਸੀ। ਗੁਰੂ ਪਾਤਸ਼ਾਹ ਜੀ ਜਾਂਦੇ, ਬਾਕੀ ਸਿੱਖ ਮਗਰੋਂ ਮਗਰ ਜਾ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਰੱਸਾ ਸੁੱਟਿਆ ਖੂਹ ਦੇ ਵਿੱਚ ਤੇ ਆਖਿਆ, ਭਾਈ ਮੰਝ ਆ ਲੱਜ ਨੂੰ ਫੜ ਤੇ ਬਾਹਰ ਆ ਜਾ। ਤੇ ਭਾਈ ਮੰਝ ਸਾਧ ਸੰਗਤ ਕਹਿਣ ਲੱਗਾ, ਕਹਿੰਦਾ ਸਤਿਗੁਰੂ ਮਹਾਰਾਜ ਮੈਂ ਪਹਿਲਾਂ ਬਾਹਰ ਨਹੀਂ ਆਉਣਾ, ਇਹ ਲੱਕੜਾਂ ਜਿਹੜੀਆਂ ਮੇਰੇ ਸੀਸ ਦੇ ਉੱਪਰ ਪਈਆਂ ਤੇ ਗੁਰੂ ਮਹਾਰਾਜ ਇਸ ਲੱਕੜਾਂ ਨੂੰ ਪਹਿਲਾਂ ਬਾਹਰ ਖਿੱਚੋ, ਲੰਗਰ ਵਿੱਚ ਲੋੜ ਹੈ, ਪ੍ਰਸ਼ਾਦਾ ਬਣਨਾ, ਲੰਗਰ ਤਿਆਰ ਹੋਣਾ ਹੈ ਤੇ ਲੱਕੜਾਂ ਮੈਂ ਭਿੱਜਣ ਨਹੀਂ ਦਿੱਤੀਆਂ ਸਤਿਗੁਰੂ ਜੀ, ਇਹ ਪਹਿਲਾਂ ਕੱਢ ਲਓ। ਤੇ ਸਾਧ ਸੰਗਤ ਗੁਰੂ ਮਹਾਰਾਜ ਫਿਰ ਆਖਦੇ, ਭਾਈ ਮੰਝ ਤੂੰ ਲੱਕੜਾਂ ਨੂੰ ਛੱਡ ਤੇ ਆਪ ਬਾਹਰ ਆ ਜਾ। ਤੇ ਭਾਈ ਮੰਝ ਆਖਦਾ, ਮੇਰੇ ਨਾਲੋਂ ਪਹਿਲਾਂ ਗੁਰੂ ਕੇ ਸਿੱਖਾਂ ਦੀ ਸੇਵਾ। ਤੇ ਗੁਰੂ ਮਹਾਰਾਜ ਇਹ ਲੱਕੜਾਂ ਪਹਿਲਾਂ ਕੱਢ ਲਓ। ਲੱਕੜਾਂ ਕੱਢੀਆਂ, ਫੇਰ ਲੱਜ ਸੁੱਟੀ ਤੇ ਭਾਈ ਮੰਝ ਜੀ ਬਾਹਰ ਆਏ ਤੇ ਬਾਹਰ ਆਉਂਦੇ ਅਨੁਸਾਰ ਉਸ ਸਾਧ ਸੰਗਤ ਭਿੱਜੇ ਹੋਏ ਭਾਈ ਮੰਝ ਨੂੰ ਲੱਥ-ਪੱਥ ਹੋਇਆ ਪਿਆ ਸਰੀਰ ਉਹਦਾ ਮਿੱਟੀ ਘੱਟੇ ਦੇ ਨਾਲ। ਪਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਅੱਜ ਕੱਪੜਿਆਂ ਵੱਲ, ਤਨ ਵੱਲ ਨਹੀਂ ਵੇਖਦੇ, ਅੱਜ ਉਹਨਾਂ ਦੇ ਮਨ ਵੱਲ ਵੇਖਦੇ, ਉਹਨਾਂ ਦੀ ਭਾਵਨਾ ਨੂੰ ਵੇਖ ਕੇ ਤੇ ਘੁੱਟ ਕੇ ਗਲ ਨਾਲ ਲਾ ਲੈਂਦੇ, ਗਲਵੱਕੜੀ ਵਿੱਚ ਲੈ ਲੈਂਦੇ। ਗਲ ਨਾਲ ਲਾਇਆ ਤੇ ਨਾਲੋਂ ਨਾਲ ਸ਼ਬਦ ਕਹਿ ਦਿੱਤੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਠਾ ਜਗ ਲੰਘਣ ਹਾਰਾ। ਇਹ ਗੁਰੂ ਕਾ ਜਹਾਜ਼ ਹੈ। ਬੋਇਠਾ ਦਾ ਮਤਲਬ ਹੁੰਦਾ ਜੀ ਜਹਾਜ਼। ਗੁਰੂ ਅਰਜਨ ਦੇਵ ਸਾਹਿਬ ਨੂੰ ਬਾਣੀ ਕਾ ਬੋਇਠਾ ਗੁਰੂ ਅਮਰਦਾਸ ਸਾਹਿਬ ਨੇ ਕਿਹਾ। ਬਾਣੀ ਦੇ ਜਹਾਜ਼ ਨੇ ਗੁਰੂ ਅਰਜਨ ਦੇਵ ਸਾਹਿਬ। ਤੇ ਗੁਰੂ ਸਾਹਿਬ ਜੀ ਦੀ ਨਿਮਰਤਾ ਵੇਖੋ, ਉਹਨਾਂ ਨੇ ਆਪਣੇ ਸਿੱਖ ਨੂੰ ਇਹ ਪਦਵੀ ਦੇ ਦਿੱਤੀ ਕਿ ਭਾਈ ਮੰਝ ਵਰਗੇ ਨੇ ਗੁਰੂ ਦੇ ਜਹਾਜ਼, ਜਿਨ੍ਹਾਂ ਵਰਗਾ ਕੋਈ ਜੀਵਨ ਬਣਾ ਲਏ ਤੇ ਉਹਨਾਂ ਦਾ ਇਹਨਾਂ ਦੇ ਜੀਵਨ ਨੂੰ ਵੇਖ ਕੇ ਤੇ ਪਾਰ ਉਤਾਰਾ ਹੋ ਜਾਏਗਾ। ਤੇ ਸਾਧ ਸੰਗਤ ਇਹੋ ਜਿਹੇ ਭਾਈ ਮੰਝ ਵਰਗੇ ਜਿਹੜੇ ਸਖੀ ਸਰਵਰੀਆਂ ਦੇ ਸੇਵਕ ਸਨ, ਉਹ ਵੀ ਸਾਧ ਸੰਗਤ ਸਿੱਖ ਬਣ ਗਏ। ਭਾਈ ਬਹਿਲੋ ਵਰਗੇ ਵੀ ਸਿੱਖ ਬਣ ਗਏ, ਉਹ ਵੀ ਸਖੀ ਸਰਵਰੀਆਂ ਦੇ ਉਪਾਸ਼ਕ ਸਨ, ਮਾਲਵੇ ਦੀ ਧਰਤੀ। ਇਸ ਤਰ੍ਹਾਂ ਜਦੋਂ ਸਿੱਖੀ ਦਾ ਪ੍ਰਚਾਰ ਵੱਧ ਰਿਹਾ ਤੇ ਸ਼ਿਕਾਇਤਾਂ ਗਈਆਂ ਜਹਾਂਗੀਰ ਬਾਦਸ਼ਾਹ ਦੇ ਕੋਲ। ਇਤਿਹਾਸ ਜਦੋਂ ਆਪ ਪੜ੍ਹੋਗੇ ਤੇ ਵੇਖੋਗੇ ਵੀ ਰਾਜ ਗੱਦੀ ਸਾਂਭਣ ਤੋਂ ਸਿਰਫ 6.5 ਮਹੀਨਿਆਂ ਬਾਅਦ ਜਹਾਂਗੀਰ ਜਦੋਂ ਰਾਜ ਗੱਦੀ ਸਾਂਭਦਾ ਹੈ, ਬਾਦਸ਼ਾਹ ਬਣਦਾ ਹੈ, ਤੇ ਸਿਰਫ 6.5 ਮਹੀਨਿਆਂ ਬਾਅਦ ਹੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਹੋ ਜਾਂਦੀ ਹੈ। ਕੋਈ ਬਹੁਤਾ ਸਮਾਂ ਨਹੀਂ, ਕਿਉਂਕਿ ਇਹ ਪਹਿਲਾਂ ਹੀ ਚਾਲਾਂ ਚੱਲ ਲਈਆਂ ਸਨ ਇਹਨਾਂ ਲੋਕਾਂ ਨੇ ਵੀ ਜਹਾਂਗੀਰ ਨੂੰ ਰਾਜ ਗੱਦੀ ਤੇ ਬਿਠਾਇਆ ਜਾਵੇ, ਕਿਉਂਕਿ ਅਕਬਰ ਭਲਾ ਮਾਨਸ ਸੀ। ਉਹ ਸਾਧ ਸੰਗਤ ਗੁਰੂ ਘਰ ਦਾ ਸ਼ਰਧਾਲੂ ਵੀ ਸੀ, ਪਿਆਰ ਰੱਖਦਾ ਸੀ ਗੁਰੂ ਘਰ ਨਾਲ। ਉਹ ਕਦੀ ਇਹੋ ਜਿਹਾ ਫੈਸਲਾ ਨਹੀਂ ਸੀ ਲੈਂਦਾ। ਪਰ ਜਹਾਂਗੀਰ ਕੱਟੜ ਸੀ, ਮੁਤੱਸਬੀ ਸੀ। ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਉਸ ਕੋਲੋਂ ਇਹ ਫੈਸਲਾ ਕਰਵਾਇਆ। ਤੇ ਕਾਰਨ ਕੀ ਨੇ? ਇਹਨੂੰ ਕਿਹਾ ਗਿਆ ਵੀ ਵੇਖੋ ਸਾਡੇ ਕਈ ਮੁਸਲਮਾਨ ਲੋਕ ਗੁਰੂ ਅਰਜਨ ਦੇਵ ਸਾਹਿਬ ਨੇ ਧੋਖੇ ਨਾਲ ਸਿੱਖ ਬਣਾ ਲਏ। ਹਿੰਦੂ ਬ੍ਰਾਹਮਣ ਲੋਕ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਉਂਦੇ। ਉਹਨਾਂ ਨੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਬਣਾਇਆ, ਉੱਥੇ ਕਿਸੇ ਨੂੰ ਵੀ ਜਾਣ ਦੀ ਖੁੱਲ੍ਹ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਉੱਥੇ ਦਾ ਕੋਈ ਰੋਕ ਨਹੀਂ, ਕਿਉਂਕਿ ਧਰਮ ਮੰਦਰਾਂ ਵਿੱਚ, ਹਿੰਦੂ ਧਰਮ ਦੇ ਮੰਦਰਾਂ ਵਿੱਚ ਬ੍ਰਾਹਮਣ, ਖੱਤਰੀ ਤੇ ਵੈਸ ਜਾ ਸਕਦਾ, ਸ਼ੂਦਰ ਨੂੰ ਹੱਕ ਨਹੀਂ ਸੀ। ਧਰਮ ਦੀ ਗੱਲ ਸੁਣਨ ਦਾ, ਧਰਮ ਦਾ ਪਾਠ ਪੜ੍ਹਨ ਦਾ ਵੀ ਹੱਕ ਨਹੀਂ ਸੀ ਸ਼ੂਦਰ ਨੂੰ। ਪਰ ਗੁਰੂ ਸਾਹਿਬ ਮਹਾਰਾਜ ਨੇ ਬਰਾਬਰਤਾ ਹੀ ਬਖਸ਼ੀ। ਲੰਗਰ ਦੇ ਵਿੱਚ ਬਰਾਬਰ ਬਿਠਾਇਆ, ਪੰਗਤ ਵਿੱਚ ਬਰਾਬਰ ਬਿਠਾਇਆ। ਇਹ ਲੋਕ ਕਹਿੰਦੇ ਸਾਡੇ ਧਰਮ ਨੂੰ ਖਤਰਾ, ਸਾਡੇ ਸਿਧਾਂਤਾਂ ਨੂੰ ਖਤਰਾ, ਤੇ ਕੁਛ ਨਾ ਕੁਛ ਜਹਾਂਗੀਰ ਤੋਂ ਕਾਰਵਾਈ ਕਰ। ਹੁਣ ਸਾਧ ਸੰਗਤ ਜਹਾਂਗੀਰ ਆਖਿਰਕਾਰ ਸਾਧ ਸੰਗਤ ਫੈਸਲਾ ਕੀ ਲੈਂਦਾ ਹੈ, ਕਾਰਨ ਕੀ ਬਣਾਇਆ? ਉਹਨਾਂ ਦਿਨਾਂ ਵਿੱਚ ਜਹਾਂਗੀਰ ਦਾ ਭਰਾ ਖੁਸਰੋ ਜਹਾਂਗੀਰ ਦੀ ਬਗਾਵਤ ਕਰਕੇ ਪੰਜਾਬ ਵੱਲ ਦੌੜਦਾ ਹੈ।
ਪੰਜਾਬ ਦੀ ਧਰਤੀ ਤੇ ਗੋਇੰਦਵਾਲ ਸਾਹਿਬ ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਮਿਲਦਾ ਹੈ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨਾਲ ਮੇਲ ਹੁੰਦੇ ਨੇ, ਇਹ ਵੀ ਸਾਧ ਸੰਗਤ ਗੁਰੂ ਘਰ ਦਾ ਸ਼ਰਧਾਲੂ ਸੀ, ਪਿਆਰ ਰੱਖਦਾ ਸੀ ਗੁਰੂ ਦਰ ਨਾਲ। ਤੇ ਇੱਥੇ ਸਾਧ ਸੰਗਤ ਕੁਝ ਦੇਰ ਇਹ ਠਹਿਰਿਆ, ਇੱਥੋਂ ਫੇਰ ਅੱਗੇ ਗਿਆ ਆਪਣੀ ਫੌਜ ਲੈ ਕੇ। ਸ਼ਿਕਾਇਤ ਕਰਤਾ ਲੋਕਾਂ ਨੇ ਇਹ ਕਿਹਾ ਵੀ ਜਹਾਂਗੀਰ ਬਾਦਸ਼ਾਹ ਵੀ ਜਿਹੜਾ ਹਕੂਮਤ ਦਾ ਬਾਗੀ ਖੁਸਰੋ ਹੈ, ਇਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ, ਤੇ ਬਾਗੀ ਨੂੰ ਪਨਾਹ ਦੇਣ ਵਾਲਾ ਹਕੂਮਤ ਦਾ ਬਾਗੀ ਹੋਵੇਗਾ, ਦੁਸ਼ਮਣ ਹੋਵੇਗਾ। ਇਹ ਦੋਸ਼ ਲਾਏ ਗਏ ਤੇ ਵਧਾ ਚੜਾ ਕੇ ਗੱਲਾਂ ਇਹ ਕਹੀਆਂ ਗਈਆਂ ਕਿ ਖੁਸਰੋ ਦੇ ਮੱਥੇ ਦੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਨੇ ਜਿੱਤ ਦਾ ਤਿਲਕ ਲਾਇਆ, ਵੀ ਜਿੱਤ ਦਾ ਤਿਲਕ ਲਾ ਕੇ ਉਸ ਨੂੰ ਉੱਥੋਂ ਰਵਾਨਾ ਕੀਤਾ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਖਿਲਾਫ ਇਹ ਦੋਸ਼ ਲਾ ਕੇ ਤੇ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ। ਸਾਧ ਸੰਗਤ ਲਾਹੌਰ ਜਹਾਂਗੀਰ ਦੇ ਦਰਬਾਰ ਦੇ ਵਿੱਚ ਇਹ ਦੋਸ਼ਾਂ ਦੀ ਗੱਲ ਕੀਤੀ ਗਈ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ 3 ਸ਼ਰਤਾਂ ਰੱਖੀਆਂ ਗਈਆਂ, ਜੋ ਪਹਿਲਾਂ ਹੀ ਇਹਨਾਂ ਨੇ ਸਲਾਹ ਕੀਤੀ ਹੋਈ ਹੈ। ਪਹਿਲੀ ਸ਼ਰਤ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖੀ ਜਾਵੇ। ਜੇ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਦੇ ਵਿੱਚ ਤੁਸੀਂ ਕੁਝ ਸ਼ਬਦ ਲਿਖ ਦਿੰਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਗੁਰੂ ਅਰਜਨ ਦੇਵ ਸਾਹਿਬ ਤੁਹਾਨੂੰ ਅਸੀਂ ਮਾਫ ਕਰ ਦਿਆਂਗੇ। ਤੇ ਗੁਰੂ ਪਾਤਸ਼ਾਹ ਜੀ ਦਾ ਜਵਾਬ ਸੀ ਕਿ ਇਹ ਸੱਚ ਦੀ ਵਡਿਆਈ, ਇਸ ਬਾਣੀ ਵਿੱਚ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਕੀ ਲਿਖਦੇ ਆਪਣੇ ਆਪ ਨੂੰ, ਜਪਜੀ ਸਾਹਿਬ ਜਦੋਂ ਆਪ ਪੜ੍ਹਦੇ ਹੋ, ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਆਪਣੇ ਆਪ ਨੂੰ ਨੀਚ ਦੱਸਿਆ ਗੁਰੂ ਨਾਨਕ ਸਾਹਿਬ ਜੀ ਨੇ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਆਪਣੇ ਆਪ ਨੂੰ ਮੂਰਖ ਦੱਸਿਆ। ਇੱਥੇ ਵਡਿਆਈ ਨਹੀਂ ਕਿਸੇ ਪੁਰਸ਼ ਦੀ, ਕਿਸੇ ਅਵਤਾਰ, ਕਿਸੇ ਪੈਗੰਬਰ ਦੀ, ਸਿਰਫ ਸ਼ੋਭਾ ਹੈ ਪਰਮਾਤਮਾ ਦੀ। ਦੁਨੀਆ ਨਾ ਸਲਾਹ ਜੋ ਮਰ ਵੰਜ ਸੀ, ਦੁਨੀਆ ਦੀ ਸਿਫਤ ਸਲਾਹ ਨਹੀਂ ਜਿਹਨੇ ਮਰ ਜਾਣਾ। ਲੋਕਾਂ ਨਾ ਸਲਾਹ ਜੋ ਮਰ ਖਾਕ ਥੀ, ਜਿਨ੍ਹਾਂ ਲੋਕਾਂ ਨੇ ਮਰ ਕੇ ਖਾਕ ਹੋ ਜਾਣਾ, ਸਵਾਹ ਹੋ ਜਾਣਾ, ਉਹਨਾਂ ਦੀ ਸਿਫਤ ਸਲਾਹ ਨਹੀਂ। ਵਾਹ ਮੇਰੇ ਸਾਹਿਬਾ ਵਾਹ, ਇੱਥੇ ਵਾਹ ਵਾਹ ਕਿਸ ਦੀ ਹੈ? ਸਾਹਿਬ ਦੀ, ਮਾਲਕ ਪਰਮਾਤਮਾ ਦੀ। ਗੁਰਮੁਖ ਸਦਾ ਸਲਾਹੀਐ ਸੱਚਾ ਬੇਪਰਵਾਹ। ਪਰਮਾਤਮਾ ਬੇਪਰਵਾਹ ਨੂੰ ਸਲਾਹੋ, ਉਹਦੀ ਵਡਿਆਈ ਕਰੋ, ਕਿਸੇ ਬੰਦੇ ਦੀ ਖੁਸ਼ਾਮਦੀ ਜਾਂ ਵਡਿਆਈ ਨਹੀਂ। ਸਾਹਿਬ ਆਖਣ ਲੱਗੇ ਮੁਹੰਮਦ ਸਾਹਿਬ ਦੀ ਕਿਵੇਂ ਵਡਿਆਈ ਲਿਖ ਸਕਦੇ ਹਾਂ? ਕਿਸੇ ਅਵਤਾਰ ਪੈਗੰਬਰ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ। ਸਿਰਫ ਪਰਮਾਤਮਾ ਦੀ ਵਡਿਆਈ, ਜਿਹੜਾ ਸਭ ਕੁਝ ਪੈਦਾ ਕਰਨ ਵਾਲਾ, ਬਣਾਉਣ ਵਾਲਾ, ਆਪੀ ਨੇ ਆਪ ਸਾਜਿਓ ਆਪੀ ਨਾ ਰਚਿਓ ਨਾਉ, ਉਸੇ ਨੇ ਸਭ ਕੁਝ ਬਣਾਇਆ। ਤੇ ਸਾਧ ਸੰਗਤ ਸਤਿਗੁਰੂ ਦਾ ਇਹ ਜਵਾਬ ਸੁਣ ਕੇ ਜਹਾਂਗੀਰ ਫਿਰ ਤਪਦਾ ਹੈ, ਗੁੱਸੇ ਵਿੱਚ ਆਉਂਦਾ। ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਫਿਰ ਤੁਹਾਡੇ ਉੱਪਰ ਦੋਸ਼ ਨੇ ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਜੁਰਮਾਨਾ ਭਰ ਦਿਓ। ਗੁਰੂ ਸਾਹਿਬ ਕਹਿਣ ਲੱਗੇ ਫਕੀਰਾਂ ਦਾ ਘਰ ਹੈ, ਇੱਥੇ ਸੰਗਤ ਦੇ ਦਸਵੰਧ ਦੀ ਮਾਇਆ ਆਉਂਦੀ ਹੈ ਤੇ ਸੰਗਤ ਦੇ ਹਿੱਤ ਵਾਸਤੇ ਹੀ ਖਰਚੀ ਜਾਂਦੀ ਹੈ। ਇਸ ਮਾਇਆ ਨੂੰ ਮੈਂ ਜੁਰਮਾਨੇ ਦੇ ਤੌਰ ਤੇ ਨਹੀਂ ਦੇ ਸਕਦਾ। ਇਹ ਜਵਾਬ ਦੂਜਾ ਜਦੋਂ ਸੁਣਿਆ ਤੇ ਜਹਾਂਗੀਰ ਫਿਰ ਅਗਲੀ ਗੱਲ ਕਰਦਾ ਹੈ, ਕਹਿੰਦਾ ਵੀ ਤੀਜਾ ਅਵਸਰ ਵੀ ਹੈ। ਗੁਰੂ ਅਰਜਨ ਦੇਵ ਸਾਹਿਬ ਤੁਸੀਂ ਦੀਨੇ ਇਲਾਹੀ ਪ੍ਰਵਾਨ ਕਰ ਲਓ, ਮੁਸਲਮਾਨ ਬਣ ਜਾਓ, ਆਪਣਾ ਧਰਮ ਛੱਡ ਦਿਓ ਤੇ ਮੁਸਲਮਾਨ ਧਰਮ ਵਿੱਚ ਆ ਜਾਓਗੇ ਤੇ ਤੁਹਾਡੀ ਜਾਨ ਬਚ ਜਾਏਗੀ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਹੀ ਜਵਾਬ ਹੈ ਕਿ ਜੋ ਤੁਹਾਡਾ ਧਰਮ ਉਹ ਤੁਹਾਨੂੰ ਪਿਆਰਾ, ਜੋ ਸਾਡਾ ਹੈ ਉਹ ਸਾਨੂੰ ਪਿਆਰਾ। ਮੌਤ ਦੀ ਗੱਲ ਕੀਤੀ ਗਈ, ਫਿਰ ਮੌਤ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਪਾਤਸ਼ਾਹ ਨੇ ਪੜ੍ਹਾਇਆ, ਗੁਰੂ ਨਾਨਕ ਸਾਹਿਬ ਜੀ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਇੱਥੇ ਤਾਂ ਜੀਵਨ ਦੀਆਂ ਆਸਾਂ ਹੈ ਹੀ ਨਹੀਂ, ਇੱਥੇ ਤਾਂ ਮੌਤ ਕਬੂਲ ਕਰਕੇ ਗੁਰੂ ਨਾਨਕ ਦੇ ਦਰ ਤੇ ਆਇਆ ਜਾਂਦਾ ਹੈ, ਮੌਤ ਦਾ ਭੈ ਨਹੀਂ। ਤੇ ਸਾਧ ਸੰਗਤ ਜਹਾਂਗੀਰ ਨੇ ਹੁਕਮ ਲਾਗੂ ਕੀਤਾ ਤੇ ਆਪ ਕਸ਼ਮੀਰ ਚਲਾ ਗਿਆ। ਚੰਦੂ ਵਰਗਾ ਜਿਹੜਾ ਉਹਦਾ ਸਲਾਹਕਾਰ ਸੀ, ਵਜ਼ੀਰ ਸੀ, ਤੇ ਸਾਧ ਸੰਗਤ ਉਹਦੇ ਘਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ 5 ਦਿਨ ਰੱਖਿਆ। ਚੰਦੂ ਦੇ ਘਰ ਇਸ ਕਰਕੇ ਕਿਉਂਕਿ ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਪੁਰੋਹਿਤ ਕਰਕੇ ਗਏ ਤੇ ਚੰਦੂ ਨੇ ਬੋਲ ਆਖੇ ਸਨ ਕਿ ਚੁਬਾਰੇ ਦੀ ਇੱਟ ਤੁਸੀਂ ਨਾਲੀ ਦੀ ਮੋਰੀ ਨੂੰ ਲਾ ਕੇ ਆਏ। ਗੁਰੂ ਨਾਨਕ ਮਹਾਰਾਜ ਜੀ ਦੇ ਦਰ ਘਰ ਦੀ ਬੁਰਿਆਈ ਕੀਤੀ ਸੀ ਚੰਦੂ ਨੇ, ਤੇ ਇਸੇ ਕਰਕੇ ਸੰਗਤ ਨੇ ਬੇਨਤੀ ਕੀਤੀ ਵੀ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜ ਦਿਓ। ਤੇ ਸੰਗਤ ਦੀ ਬੇਨਤੀ ਮੰਨ ਕੇ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ ਤੇ
ਤੇ ਚੰਦੂ ਵੀ ਇਸੇ ਗੱਲ ਕਰਕੇ ਗੁੱਸੇ ਵਿੱਚ ਹੈ ਵੀ ਮੇਰੀ ਸਰਕਾਰੀ ਦਰਬਾਰੇ ਪਹੁੰਚ ਹੈ ਤੇ ਮੈਂ ਵੀ ਮੌਕਾ ਆਵੇਗਾ ਤੇ ਬਦਲਾ ਲਵਾਂਗਾ ਗੁਰੂ ਅਰਜਨ ਦੇਵ ਸਾਹਿਬ ਕੋਲ। ਪ੍ਰਿਥੀ ਚੰਦ ਵਰਗੇ ਦੀਆਂ ਸ਼ਿਕਾਇਤਾਂ, ਚੰਦੂ ਵਰਗਾ ਜਿਹੜਾ ਵਿਰੋਧੀ ਪਹਿਲਾਂ ਹੀ ਸਾਧ ਸੰਗਤ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਜਿਹੜਾ ਵਜ਼ੀਰ ਹੈ ਜਹਾਂਗੀਰ ਬਾਦਸ਼ਾਹ ਦਾ, ਉਹ ਪਹਿਲਾਂ ਹੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਦਾ ਸਾਥੀ ਹੈ। ਇਹ ਪਹਿਲਾਂ ਹੀ ਚਾਹੁੰਦੇ ਹੈ ਵੀ ਸੱਚ ਦੀ ਆਵਾਜ਼ ਦਬਾਈ ਜਾਏ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜੋ ਕਾਰਨ ਬਣਾਏ ਸਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ, ਇਹ ਸਭ ਸਾਡੇ ਧਰਮਾਂ ਵਾਸਤੇ ਖਤਰਾ ਹਨ ਤੇ ਇਸੇ ਕਰਕੇ ਇਹ ਸਾਰਾ ਕੁਝ ਖਤਮ ਕਰਨ ਦੀ ਬਜਾਏ ਗੁਰੂ ਅਰਜਨ ਦੇਵ ਸਾਹਿਬ ਨੇ ਖਤਮ ਕਰ ਦਿੱਤਾ। ਤੇ ਸਾਧ ਸੰਗਤ ਫੈਸਲਾ ਕੀ, ਯਾਸਾ ਦੇ ਕਾਨੂੰਨ ਦੇ ਅਨੁਸਾਰ ਜਹਾਂਗੀਰ ਫੈਸਲਾ ਸੁਣਾ ਕੇ ਜਾਂਦਾ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਇਸ ਢੰਗ ਨਾਲ ਸ਼ਹੀਦ ਕੀਤਾ ਜਾਏ। ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਵੱਲੋਂ ਬਣਾਇਆ ਗਿਆ ਸੀ। ਸਾਧ ਸੰਗਤ ਮੰਗੋਲ ਜਾਤੀ ਦਾ ਇਹ ਚੰਗੇਜ਼ ਖਾਨ ਹੈ ਤੇ ਮੰਗੋਲ ਤੋਂ ਹੀ ਸ਼ਬਦ ਬਦਲ ਕੇ ਕਨਵਰਟ ਹੋ ਕੇ ਮੁਗਲ ਬਣਿਆ ਤੇ 12ਵੀਂ ਸਦੀ ਵਿੱਚ ਇਹ ਕਾਨੂੰਨ ਚੰਗੇਜ਼ ਖਾਨ ਨੇ ਬਣਾਇਆ ਸੀ ਵੀ ਉਹ ਧਰਮੀ ਲੋਕ ਜਿਹੜੇ ਧਰਮ ਦੀ ਗੱਲ, ਰੱਬ ਦੀ ਗੱਲ ਕਰਦੇ ਨੇ, ਉਹਨਾਂ ਨੂੰ ਖਤਮ ਕਰਨ ਵਾਸਤੇ ਇਸ ਤਰ੍ਹਾਂ ਉਹਨਾਂ ਨੂੰ ਖਤਮ ਕੀਤਾ ਜਾਵੇ, ਮਾਰਿਆ ਜਾਵੇ, ਕਹਿ ਦਈਏ ਸ਼ਹੀਦ ਕੀਤਾ ਜਾਏ ਤੇ ਉਹਨਾਂ ਦੀ ਖੂਨ ਦਾ, ਬਲੱਡ ਦਾ ਇੱਕ ਤੁਪਕਾ, ਇੱਕ ਕਤਰਾ ਵੀ ਧਰਤੀ ਤੇ ਨਾ ਡੁੱਲੇ। ਉਹਨਾਂ ਦਾ ਮੰਨਣਾ ਸੀ ਕਿ ਇੱਕ ਕਤਰੇ ਵਿੱਚੋਂ ਹਜ਼ਾਰਾਂ ਹੀ ਸ਼ਹੀਦ ਪੈਦਾ ਹੋ ਜਾਂਦੇ। ਇਸ ਤਰੀਕੇ ਨਾਲ ਸ਼ਹੀਦ ਕਰਦੇ ਕਿ ਖੂਨ ਡੁੱਲੇ ਹੀ ਨਾ। ਤੇ ਯਾਸਾ ਦਾ ਕਾਨੂੰਨ, ਸਾਧ ਸੰਗਤ ਉਸ ਕਾਨੂੰਨ ਦੇ ਅਨੁਸਾਰ ਪਹਿਲਾਂ ਚੰਦੂ ਦੇ ਘਰ ਦੇ ਵਿੱਚ 3 ਦਿਨ ਗੁਰੂ ਪਾਤਸ਼ਾਹ ਜੀ ਨੂੰ ਭੁੱਖਿਆਂ ਤੇ ਪਿਆਸਿਆਂ ਰੱਖਿਆ। ਚੰਦੂ ਵਾਰ-ਵਾਰ ਸਵਾਲ ਕਰਦਾ, ਗੁਰੂ ਅਰਜਨ ਦੇਵ ਸਾਹਿਬ ਛੱਡ ਦਿਓ ਸਿੱਖੀ, ਸਾਡੀਆਂ ਸ਼ਰਤਾਂ ਮੰਨ ਲਓ। ਪਰ ਪਾਤਸ਼ਾਹ ਜੀ ਅਡੋਲ ਨੇ, ਜਿਹੜੇ ਬਚਨ ਪੜ੍ਹਦੇ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਬਚਨ ਪੜ੍ਹਾਉਣ ਵਾਲੇ ਮੇਰੇ ਸਤਿਗੁਰੂ ਫਿਰ ਕਿਵੇਂ ਦੁੱਖ ਜਾਂ ਭੁੱਖ ਨੂੰ ਵੇਖ ਕੇ ਡੋਲ ਸਕਦੇ ਸੀ। ਚੰਦੂ ਨੇ ਆਖਿਰਕਾਰ ਚੌਥੇ ਦਿਨ ਕੀ ਕੀਤਾ, ਸਾਧ ਸੰਗਤ ਅੱਗ ਦੇ ਭਾਂਬੜ ਵਾਲੇ ਇੱਕ ਵੱਡਾ ਸਾਰਾ ਪਤੀਲਾ, ਸਾਧ ਸੰਗਤ ਭਾਵ ਦੇਗਾ, ਉਹ ਰੱਖ ਕੇ ਉਹਦੇ ਵਿੱਚ ਪਾਣੀ ਉਬਾਲਿਆ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਉਸ ਪਤੀਲੇ ਦੇ ਵਿੱਚ ਬਿਠਾ ਦਿੱਤਾ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲਿਆ। ਸਰੀਰ ਸਾਰਾ ਛਾਲੇ ਹੋ ਗਿਆ, ਚਮੜੀ, ਸਾਧ ਸੰਗਤ ਉਹ ਮਾਸ ਅਲੱਗ ਹੋਣ ਲੱਗ ਪਿਆ ਹੱਡੀਆਂ ਦੇ ਨਾਲ। ਸਰੀਰ ਦਾ ਇਹੋ ਜਿਹਾ ਹਾਲ ਜਿਵੇਂ ਆਲੂ ਆਪਾਂ ਉਬਾਲਦੇ ਹਾਂ ਤੇ ਹਾਲ ਕੀ ਹੁੰਦਾ ਹੁਣ ਆਲੂਆਂ ਦਾ, ਛਿਲਕੇ ਅਲੱਗ ਹੋ ਜਾਂਦੇ ਆ। ਮੇਰੇ ਪਾਤਸ਼ਾਹ ਜੀ ਨੂੰ ਸਾਰਾ ਦਿਨ ਦੇਗ ਵਿੱਚ ਉਬਾਲ ਕੇ ਤੇ ਫਿਰ ਚੰਦੂ ਵਾਰ-ਵਾਰ ਸਵਾਲ ਪੁੱਛਦਾ, ਗੁਰੂ ਮਹਾਰਾਜ ਅਜੇ ਵੀ ਸਾਡੀ ਸ਼ਰਤ ਮੰਨ ਲਓ, ਅਜੇ ਵੀ ਈਨ ਮੰਨ ਲਓ। ਪਰ ਗੁਰੂ ਮਹਾਰਾਜ ਜੀ ਫਿਰ ਕੋਈ ਜਵਾਬ ਨਹੀਂ ਦਿੰਦੇ, ਅਡੋਲ। ਤੇ ਸਾਧ ਸੰਗਤ 5ਵਾਂ ਦਿਨ ਆਉਂਦਾ ਤੇ 5ਵੇਂ ਦਿਨ ਇਸ ਚੰਦੂ ਨੇ ਫਿਰ ਅੱਗ ਦੇ ਭਾਂਬੜ ਬਾਲੇ। ਇਸ ਨੇ ਇਸ ਵਾਰ ਕੀ ਕੀਤਾ ਕਿ ਇੱਕ ਲੋਹ ਰੱਖ ਕੇ ਉਸ ਅੱਗ ਦੇ ਉੱਪਰ ਉਸ ਨੂੰ ਬਿਲਕੁਲ ਲਾਲ ਸੁਰਖ ਕੀਤਾ। ਇਧਰ ਗਰਮ ਰੇਤ ਤਪਾਈ ਗਈ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸੀਸ ਵਿੱਚ ਗਰਮ ਰੇਤ ਦੇ ਕੜਛੇ ਭਰ ਕੇ ਪਾਏ ਜਾਣ। ਭਾਵ ਸਤਿਗੁਰੂ ਜੀ ਨੂੰ ਚਰਨਾਂ ਤੋਂ ਲੈ ਕੇ ਸੀਸ ਤੱਕ ਚੰਗੀ ਤਰ੍ਹਾਂ ਤਪਾਉਣ ਦਾ ਯਤਨ ਹੈ। ਪਰ ਸਾਧ ਸੰਗਤ ਲੋਹ ਵੀ ਬਿਲਕੁਲ ਤਪ ਰਹੀ ਹੈ, ਲਾਲ ਸੁਰਖ ਹੋਈ ਪਈ। ਤੇ ਚੰਦੂ ਵੇਖ ਕੇ ਹੱਸ ਕੇ ਪਤਾ ਕੀ ਆਖਦਾ, ਗੁਰੂ ਅਰਜਨ ਦੇਵ ਸਾਹਿਬ ਆ ਵੇਖੋ ਲੋਹ ਦਾ ਰੰਗ, ਤੁਹਾਡੀ ਚਮੜੀ ਇੱਕਦਮ ਸੜ ਕੇ ਕਾਲੀ ਸ਼ਾਹ ਹੋ ਜਾਣੀ ਹੈ ਜਦੋਂ ਤੁਸੀਂ ਉੱਪਰ ਜਾ ਕੇ ਬੈਠੋਗੇ। ਏਡਾ ਵੱਡਾ ਦੁੱਖ ਤੁਹਾਡੇ ਕੋਲੋਂ ਸਹਾਰਿਆ ਨਹੀਂ ਜਾਣਾ। ਅਜੇ ਵੀ ਸਾਡੀ ਬਾਤ ਮੰਨ ਲਓ, ਸਾਡੀਆਂ ਸ਼ਰਤਾਂ ਮੰਨ ਲਓ। ਪਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨਾ ਬਿਲਕੁਲ ਸ਼ਾਂਤ ਚਿੱਤ, ਕੋਈ ਜਵਾਬ ਨਹੀਂ ਦਿੰਦੇ। ਉਸ ਲੋਹ ਵੱਲ ਆਪਣੇ ਆਪ ਹੀ ਤੁਰ ਪੈਂਦੇ। ਲੋਹ ਦੇ ਨੇੜੇ ਹੋਏ ਤੇ ਰੁਕ ਗਏ। ਚੰਦੂ ਦੇ ਮਨ ਦੇ ਵਿੱਚ ਆਇਆ ਵੀ ਸ਼ਾਇਦ ਗੁਰੂ ਅਰਜਨ ਦੇਵ ਮਹਾਰਾਜ ਅੱਜ ਲੋਹ ਦਾ ਰੰਗ ਵੇਖ ਕੇ, ਲਾਲ ਸੁਰਖ ਲੋਹ ਨੂੰ ਵੇਖ ਕੇ ਡਰ ਗਏ ਹੋਣਗੇ। ਫਿਰ ਆਖਦਾ, ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਅੰਦਰ ਥੋੜਾ ਬਹੁਤਾ ਭੈ ਆਇਆ ਨਾ ਵੀ ਲੋਹ ਕਿਵੇਂ ਸਾੜੇਗੀ।
इस नालों चंगा है भी मेरी गल मान लो तो तुहाडी जिंदगी बच जाएगी, तुहाडा इलाज मैं करवा देंगा। पर गुरु अर्जन देव महाराज मुस्कुरा के पता की आखदे, कहंदे चंदू तैनूं ये लोह तपाउण दा चर्ज ही कोई नहीं आया। ये लोह तूं जिहड़ी तपाई हुई है ना, इस लोह दे विच वो रंग ही नहीं दिसदा जिस रंग दे नाल असीं शहीदी प्राप्त कर लईए। चंदू हैरान हो जाता है। एक अदीब ने, पंजाबी के शायर ने बड़े सोहणे बोल लिखे, कहंदा चंदू चंदरा चंद चढ़ाउण लगा, कहण लगा लो तपाओ छेती, ला के सूरज ते पी के रेत ओदी। भी इन्नी गर्मी, उतों जेठ का महीना ते साध संगत चंदू भी तपिया, जेठ का महीना भी तपण वाला, लो भी बिल्कुल तपी, अग दे भांबड़ बलदे पे। ते सतगुरु महाराज पातशाह जी के परथाए की कुछ कोशिशां कर रहा है। वो शायर लिखता, कहता चंदू चंदरा चंद चढ़ाउण लगा, कहण लगा लो तपाओ छेती, ला के सूरज ते पी के रेत ओदी। गुरु अर्जन दे सीस विच पाओ छेती, कहते छेती छेती पा दे। ये साडी ईन मन लैन। देखो कभी वो दृश्य नूं इमेजिन करके वेखिए किहो जिहा वो माहौल होवेगा। ते साध संगत धन गुरु अर्जन देव महाराज पातशाह जी रुक गए। गुरु अर्जन देव महाराज पातशाह रुक के चंदू नूं वेख के कहण लगे, इस लोह विच ओ जाप दा रंग कोई नहीं। चंदू ये लोह विच ओह जिहा रंग नहीं जाप दा। चंदू कहंदा किहड़ा रंग? गुरु अर्जन देव साहब आखदे जिहड़ा रंग शहीदी अज मंगदी, इस लोह विच जापे वो रंग कोई नहीं। चंदू इस शहीदी दे वास्ते तू जिहो जी लोह तपाउणी सी वो लोह तपी नहीं अजे तक। चंदू हैरान हो गया कि गुरु अर्जन देव साहब महाराज जी के हिरदे विच अजे भी कोई पै नहीं। सतगुर दी चौंकड़ा मार दे ते लोह दे उपर बिल्कुल नेत्र मूंद के बैठ जाते, शब्द पढ़ते ने, हर का नाम हृदय नित ध्याई, संगी साथी सगल तराई, गुर मेरा संग सदा है नाले, सिमर सिमर तिस सदा संभाले, तेरा किया मिठा लागा। हर नाम पदारथ नानक मंगै। मियाँ मीर जी नूं पता लगता है, लाहौर के रहने वाले, बड़े दुखी हिरदे नाल धाहां मारदे मियाँ मीर जी पहुँचते। ते साध संगत अज वेखदे ना जो सामने सतगुरु का शरीर छली छली होया, छाले छाले होया पिया, पर गुरु महाराज पातशाह बिल्कुल शांत बैठे हुए। मियाँ मीर जी आखन लगे, गुरु अर्जन देव साहब महाराज एक हुक्म कर दिओ, लाहौर ते दिल्ली की इट नाल इट खड़का देंगा, तुहाडी आग्या होनी चाहिए है। गुरु पातशाह जी मुस्कुरा के आखन लगे, मियाँ मीर कदी हरमंदर साहिब विच बैठिया मैं शब्द पढ़ रहा सी, जे सुख दे तां तुझे अराधी, दुख भी तुझे ध्याई, जे भुख दे तां इत ही राजा, दुख विच सूख मनाई, तन मन काट काट सब अरपी विच अग्नि आप जलाई। ते तुहाडा सवाल सी मियाँ मीर जी, की ये बचन कोई कमा सकदा अपनी जिंदगी विच? सच हो सकते ने ये बचन? ते साहब आखन लगे, मियाँ मीर आ वेख इन्हां बचनां नूं कहण वाला तैनूं सच करके भी विखा रहा, अपने तन ते हंडा के भी विखाउंदा पिया। ते साध संगत अज हालात कैसे सन? शायर लिखदा, कहंदा चारों तरफों अग बरसे, सेक सी तन साड़दा, छाले छाले हो गया जुस्सा सच्ची सरकार दा, मियाँ मीर डिठा जद हाल आ जद यार दा, ओ देख के ढाही मारदा, ओ हो व्याकुल रो पिया वेख के ढाही मारदा। सतगुरु क्या मियाँ जी, सतगुरु जी ने वेख्या ना जो धाहा मारदे मियाँ जी वाल, मियाँ मीर जी वाल। सतगुरु क्या मियाँ जी छोड़ो प्रीति चाम से, आ चामना वाल ना वेखो, शरीर वाल ना वेखो, क्या हुआ तन सड़ रहा हम शीतल हैं हरि नाम से। साडा अंदर वेखो ठंडा ठार है, अंदरों असी अजे भी सड़े नहीं, तपे नहीं, अंदरों शीतलताई है, ठंड है। ते साध संगत धन गुरु अर्जन देव महाराज पातशाह जी बिल्कुल अडोल, गुरदिता भड़पूंजा गर्म रेत के कड़छे सीस विच पाई जाता है। ते धन गुरु अर्जन देव महाराज पातशाह जी नूं आखिरकार फेर पुछया जाता है, ईन मन लो
ਸਤਿਗੁਰੂ ਮਹਾਰਾਜ ਨਾ ਵਿੱਚ ਜਵਾਬ ਦਿੰਦੇ ਤੇ ਆਖਰਕਾਰ ਇਹਨਾਂ ਪਾਪੀਆਂ ਦੇ ਵੱਲੋਂ ਚੰਦੂ ਸ਼ੇਖ ਫਰੀਦ ਬੁਖਾਰੀ ਇਹਨਾਂ ਲੋਕਾਂ ਵੱਲੋਂ ਜਿਨ੍ਹਾਂ ਦੀ ਇਹ ਡਿਊਟੀ ਲਾਈ ਗਈ ਸੀ ਜਹਾਂਗੀਰ ਵੱਲੋਂ ਸਾਧ ਸੰਗਤ ਨੇੜੇ ਰਾਵੀ ਦਰਿਆ ਵਗਦਾ ਲਾਹੌਰ ਦੇ, ਇਹਨਾਂ ਨੇ ਸਤਿਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਤਨ ਨੂੰ ਚੁੱਕਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਦਿੰਦੇ। ਹੁਣ ਦੇਖੋ ਛਾਲਿਆਂ ਦੇ ਉੱਪਰ ਕਿਤੇ ਪਾਣੀ ਪਾਇਆ ਜਾਵੇ ਨਾ ਹੋਰ ਦੁੱਖ ਹੁੰਦਾ, ਪਰ ਸਾਧ ਸੰਗਤ ਇਹਨਾਂ ਪਾਪੀਆਂ ਨੇ ਇਸ ਪ੍ਰਕਾਰ ਗੁਰੂ ਮਹਾਰਾਜ ਨੂੰ ਤਪਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਅਖੀਰ ਤੱਕ ਵੀ ਤਪੇ ਨਹੀਂ। ਇਹਨਾਂ ਦੀ ਈਨ ਨਹੀਂ ਮੰਨੀ, ਸਬਰ ਨੂੰ ਸਿਦਕ ਨੂੰ ਨਿਭਾ ਕੇ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਆਪਾਂ ਆਖਦੇ ਹਾਂ ਸ਼ਹੀਦਾਂ ਦੇ ਸਰਤਾਜ। ਸ਼ਹੀਦਾਂ ਦੇ ਸਰਤਾਜ ਇਸ ਕਰਕੇ ਕਿ ਸਾਧ ਸੰਗਤ ਸਿਰਮੌਰ ਸ੍ਰੇਸ਼ਟ ਸ਼ਹੀਦ, ਸਿੱਖੀ ਵਿੱਚ ਸਭ ਤੋਂ ਪਹਿਲੀ ਸ਼ਹੀਦੀ ਹੈ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ, ਭਾਵ ਇਸ ਤਰ੍ਹਾਂ ਦੀ ਸ਼ਹੀਦੀ ਜਦੋਂ ਸਾਹਮਣੇ ਸਾਧ ਸੰਗਤ ਕੋਈ ਆਪਸ਼ਨ ਦਿੱਤਾ ਜਾ ਰਿਹਾ, ਤੁਸੀਂ ਦੀਨੇ ਇਲਾਹੀ ਕਬੂਲ ਕਰ ਲਓ, ਸਾਡੀਆਂ ਸ਼ਰਤਾਂ ਮੰਨ ਲਓ, ਪਰ ਗੁਰੂ ਮਹਾਰਾਜ ਪਾਤਸ਼ਾਹ ਜੀ ਮੌਤ ਨੂੰ ਚੁਣਦੇ ਨੇ, ਮੌਤ ਨੂੰ ਪ੍ਰਵਾਨ ਕਰਦੇ ਨੇ ਤੇ ਹੱਸ ਕੇ ਸ਼ਹੀਦੀ ਪ੍ਰਾਪਤ ਕਰ ਜਾਂਦੇ, ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ। ਗੁਰੂ ਕਿਰਪਾ ਕਰੇ ਸਾਧ ਸੰਗਤ, ਗੁਰੂ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਬੜੀ ਵੱਡੀ ਸਿੱਖਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ, ਉਹਦੇ ਕੀਤੇ ਹੋਏ ਨੂੰ, ਉਹਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਅਸੀਂ ਹਮੇਸ਼ਾ ਸੱਤ ਕਰਕੇ ਪ੍ਰਵਾਨ ਕਰੀਏ। ਕੀ ਪਤਾ ਸਾਡੇ ਉੱਪਰ ਵੀ ਬੜੀਆਂ ਔਖੀਆਂ ਘੜੀਆਂ ਵਿਪਤਾਵਾਂ ਆਉਣ, ਰੋਗ ਆਉਂਦੇ ਨੇ, ਦੁੱਖ ਆਉਂਦੇ ਨੇ, ਪਰ ਅਸੀਂ ਬਹੁਤ ਛੇਤੀ ਡੋਲ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਰਾ ਛੱਡ ਕੇ, ਗੁਰੂ ਨਾਨਕ ਮਹਾਰਾਜ ਜੀ ਦੇ ਦਰ ਦਾ ਭਰੋਸਾ ਛੱਡ ਕੇ ਤੇ ਸਾਡੇ ਵੀ ਸੀਸ ਤੇ ਸਾਡੀਆਂ ਵੀ ਝੋਲੀਆਂ ਹੋਰਨਾਂ ਦੇ ਅੱਗੇ ਅੱਡੀਆਂ ਜਾਂਦੀਆਂ। ਸਾਧ ਸੰਗਤ ਗੁਰੂ ਕਿਰਪਾ ਕਰੇ, ਕਿਸੇ ਹੋਰ ਅੱਗੇ ਨਹੀਂ, ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੇ ਆ ਕੇ ਤਰਲਾ ਲੈ ਲਿਆ ਕਰੋ, ਕਿਉਂਕਿ ਇਹ ਦਰ ਐਸਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈਐ। ਇੱਥੇ ਸਾਰੇ ਸੁੱਖ ਮਿਲਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ। ਤੇ ਸਾਧ ਸੰਗਤ ਨਾਲ ਹੀ ਇਹ ਬੇਨਤੀ ਵੀ ਅਕਾਲ ਦਾ ਹੁਕਮ, ਪ੍ਰਮਾਤਮਾ ਦਾ ਹੁਕਮ ਹੈ, ਦੁੱਖ ਤੇ ਸੁੱਖ ਦੁਨੀਆ